ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ। ਤੇ ਬੇਨਤੀ ਅੱਗੇ ਇਸ ਤਰ੍ਹਾਂ ਦੀ ਸੀਗੀ ਖੇਡ ਇਹ ਬਈ ਆਪਾਂ ਆ ਜਿਹੜਾ ਮੋਰਚਾ ਸੀਗਾ ਲਾਈਵ ਲੂਈਵ ਹੋਣ ਵਾਲਾ ਇਹ ਆਪਾਂ ਫਤਿਹ ਕਰ ਦਿੱਤਾ ਸੀਗਾ ਤੇ ਇਹ ਭੋਗ ਪਾ ਦਿੱਤਾ ਗਿਆ ਸੀਗਾ। ਜਿਹੜੀ ਜੁੜੀ ਹੋਈ ਖੇਡ ਸੀ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਖੇਡ ਜਿਹੜੀ ਬੁੱਢੇ ਦਲ ਦੀ ਜਿਤਨੀ ਵੀ ਖੇਡ ਸੀਗੀ ਇਹ ਕੋਈ ਹੁਕਮ ਐਸਾ ਵਰਤਿਆ ਪਰਮੇਸ਼ਵਰ ਦਾ ਵੀ ਜਿਤਨਾ ਵੀ ਸੱਚ ਸੀਗਾ ਖੇਡ ਦਾ ਸਾਰੀ ਦਾ ਰੋਲ ਉਹ ਸਾਰਾ ਜਿੱਦਾਂ ਦੀ ਵੀ ਸ਼ਹੀਦਾਂ ਨੇ ਕਿਰਪਾ ਕੀਤੀ ਉੱਦਾਂ ਦੀ ਖੇਡ ਉਹ ਵਰਤ ਗਈ। ਠੀਕ ਹੈ ਜੀ। ਤੇ ਇਹ ਭੋਗ ਆਪਾਂ ਪਾ ਦਿੱਤਾ ਸੀਗਾ ਪਰ ਇੱਕ ਕੜੀ ਰਹਿ ਗਈ। ਉਹ ਕੜੀ ਇਹ ਰਹਿ ਗਈ ਵੀ ਬਾਬਾ ਬਹਾਦਰ ਸਿੰਘ ਸਾਹਿਬ ਜੀ ਦਾ ਭਚੰਗੀ ਬਾਬਾ ਹੈਪੀ ਹਾਕਮ ਸਿੰਘ ਹੈਪੀ, ਠੀਕ ਹੈ ਜੀ, ਉਹ ਕਿਸ ਤਰ੍ਹਾਂ ਸਰੀਰ ਬਾਬਾ ਤਿਆਗ ਦਾ ਕੀ ਗੱਲਾਂ ਬਾਤਾਂ ਹੋਈਆਂ, ਕੀ ਖੇਡ ਵਰਤੀ ਆ। ਤੇ ਇੱਕ ਬਾਬਾ ਰਾਮਗੜੀਆ, ਠੀਕ ਹੈ ਜੀ, ਉਹਦੇ ਬਾਰੇ ਆਪਾਂ ਦੋ ਬਚਨ ਜ਼ਰੂਰ ਕਰਨੇ ਆ, ਜ਼ਰੂਰ ਕਰਨੇ ਵੀ ਚਾਹੀਦੇ ਆ। ਹੁਣ ਕੋਈ ਐਸਾ ਰਹਿ ਨਹੀਂ ਗਿਆ ਪੰਥ ਦੀ ਕੋਈ ਸ਼ਖਸੀਅਤ ਐਸੀ ਰਹਿ ਨਹੀਂ ਗਈ ਜਿਨ੍ਹਾਂ ਦੀਆਂ ਨੀਤੀਆਂ ਦਾ ਔਰ ਸੱਚੋ ਸੱਚ ਆ ਪਰਮੇਸ਼ਵਰ ਨੂੰ ਜਾਣ ਦੇਣੀ ਆ। ਪਰਮੇਸ਼ਵਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਚਨ ਕਰਨਾ ਪਊ ਵੀ ਸੱਚੋ ਸੱਚ ਜੋ ਦੇਖਿਆ, ਜੋ ਸੁਣਿਆ, ਜੋ ਮਹਿਸੂਸ ਕੀਤਾ ਉਹ ਸੱਚੋ ਸੱਚ ਨਿਬੜਿਆ ਵਾਲੀ ਖੇਡ ਉਹ ਪੂਰੀ ਨਿਬੇੜਾ ਕਰ ਦਿੱਤਾ। ਠੀਕ ਹੈ ਜੀ। ਤੇ ਚਲੋ ਆਪਾਂ ਹੁਣ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਭਚੰਗੀ ਦਾ ਜਿਹੜਾ ਬਚਨ ਉਹ ਆਪਾਂ ਤੋਰੀਏ। ਬਾਬਾ ਬਹਾਦਰ ਸਿੰਘ ਸਾਹਿਬ ਜੀ ਦੀ ਜਦੋਂ ਸ਼ਹੀਦੀ ਹੋ ਜਾਂਦੀ ਆ ਬਾਬਾ ਪ੍ਰੇਮ ਸਿੰਘ ਸਾਰੀ ਫੌਜ ਦਾ ਚਾਲਾ ਪਵਾ ਦਿੰਦਾ। ਉਸ ਤੋਂ ਬਾਅਦ ਥਾਣਿਆਂ ਕਚਹਿਰੀਆਂ 'ਚ ਖੱਜਲ ਖੁਆਰੀ ਹੋਣ ਤੋਂ ਬਾਅਦ, ਠੀਕ ਹੈ ਜੀ, ਪੂਰਾ ਸਵਾ ਮਹੀਨਾ ਜੇਲ੍ਹਾਂ ਦੇ ਵਿੱਚ ਇੱਧਰ ਉੱਧਰ, ਥਾਣਿਆਂ ਦੇ ਵਿੱਚ ਇੱਧਰ ਉੱਧਰ, ਪੁਲਿਸ ਵਾਲਿਆਂ ਦੀਆਂ ਗਾਲਾਂ ਗੁਲਾਂ, ਡਾਂਗਾਂ ਡੂੰਗਾਂ ਸਭ ਬੁਰੇ ਹਾਲ ਕਰਾ ਕੇ ਉਦੋਂ ਬਾਅਦ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੀ ਜਿਤਨੀ ਵੀ ਫੌਜ ਸੀ ਉਹਨਾਂ ਦਾ ਖਹਿੜਾ ਇਸ ਗੱਲ ਤੋਂ ਛੁੱਟ ਜਾਂਦਾ ਆ। ਬਾਬਾ ਪ੍ਰੇਮ ਸਿੰਘ ਪੈਸਾ ਧੱਕ ਦਿੰਦਾ ਹੈ ਪੁਲਿਸ ਦੇ ਮੂੰਹ ਦੇ ਵਿੱਚ, ਕੋਰਟ ਕਚਹਿਰੀਆਂ ਦੇ ਵਿੱਚ। ਬਾਬਾ ਬਹਾਦਰ ਸਿੰਘ ਸਾਹਿਬ ਜੀ ਤੇ ਜਿਹੜੇ ਗੋਲੀਆਂ ਮਾਰਨ ਵਾਲੇ ਸੀ, ਸਾਜ਼ਿਸ਼ ਕਰਤਾ ਸੀਗੇ, ਉਹਨਾਂ ਦੇ ਉੱਤੇ ਕਤਲ ਦਾ ਕੇਸ ਨਾ ਪੈ ਕੇ ਉਹਨਾਂ ਦੇ ਉੱਤੇ ਉਹ 12 ਬੋਰ ਦੀਆਂ ਦਨਾਲੀਆਂ ਇਹਦਾ ਟੁੱਟਾ ਜਿਹਾ ਕੇਸ ਪੁਲਿਸ ਵੱਲੋਂ ਦਰਜ ਕਰਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਜਾਂਦਾ ਆ। ਠੀਕ ਹੈ ਜੀ। 5-5 6-6 ਸਾਲ ਦੀ ਉਹਨਾਂ ਦੀ ਸਜ਼ਾ ਬੋਲੀ। ਅੱਧੇ ਬੰਦੇ ਉਹ ਜ਼ਿਆਦਾ ਬਾਹਰ ਵੀ ਆ ਗਏ ਆ ਜ਼ਮਾਨਤਾਂ ਤੇ, 2 ਮਹੀਨੇ ਬਾਅਦ ਉਹਨਾਂ ਦੀਆਂ ਜ਼ਮਾਨਤਾਂ ਕਰਾ ਲਈਆਂ ਸੀਗੀਆਂ ਬਾਬੇ ਪ੍ਰੇਮ ਸਿੰਘ ਦੇ ਹੁੰਦੇ ਆਂ। ਠੀਕ ਆ। ਤੇ ਵਿੱਚ ਹੁਣ ਆਪਾਂ ਬਚਨ ਤੋਰ ਲਈਏ ਬਾਬੇ ਰਾਮਗੜੀਏ ਦਾ, ਉਹਦਾ ਬਚਨ ਵੀ ਕਰਨਾ ਜ਼ਰੂਰੀ ਆ। ਤੇ ਜਦੋਂ ਇਹਨੂੰ ਬਾਬੇ ਨੂੰ ਪਤਾ ਲੱਗਾ, ਬਾਬਾ ਵੀ ਇਹ ਬਾਬਾ ਜਿਹੜਾ ਰਾਮਗੜੀਆ ਆ ਗੁਰਦੀਪ ਸਿੰਘ ਰਾਮਗੜੀਆ ਜਿਹੜਾ ਬਾਬਾ ਆ ਇਹ, ਠੀਕ ਹੈ ਜੀ, ਇਹ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਕੋਲ ਆਉਂਦੇ ਜਾਂਦੇ ਰਹੇ। ਚਲੋ ਚੰਗਾ ਪਿਆਰ ਸੀਗਾ, ਪ੍ਰੇਮ ਸੀਗਾ, ਬਹੁਤ ਤਗੜੀ ਖੇਡ ਸੀ। ਪਰ ਜਦੋਂ ਇਹਨੂੰ ਬਾਬੇ ਨੂੰ ਪਤਾ ਲੱਗਾ ਵੀ ਹਜੂਰ ਸਾਹਿਬ ਖਲਾਰਾ ਪੈਣ ਲੱਗਾ ਆ ਹੁਣ, ਠੀਕ ਹੈ ਜੀ, ਹਜੂਰ ਸਾਹਿਬ ਉਸ ਸਾਲ ਇਹ ਬਾਬਾ ਵੀ ਉੱਥੇ ਆਪਣਾ ਦਲ ਲੈ ਕੇ ਗਿਆ ਸੀਗਾ ਰੂਪਚੰਦ ਦੇ ਨਾਮ ਤੇ। ਉਸ ਵੇਲੇ ਇਹਨਾਂ ਨੇ ਦਲ ਤੋਰਿਆ ਸੀ। ਖੈਰ ਕਾਗਜ਼ਾਂ ਪੱਤਰਾਂ 'ਚ ਕੋਈ ਗੱਲਬਾਤ ਹੈ ਨਹੀਂ ਸੀ ਇਹਨਾਂ ਦੀ। ਤੇ ਬਾਬਾ ਜੀ ਨੂੰ ਪ੍ਰੇਮ ਕਰਨ ਦੇ ਨਾਲ ਲਈ ਇਹ ਉੱਥੇ ਆਪਦਾ ਦਲ ਲੈ ਕੇ ਗਿਆ ਸੀਗਾ। ਉੱਥੇ ਜਾ ਕੇ ਇਹਨੇ ਇਸ ਤਰ੍ਹਾਂ ਦੀ ਖੇਡ ਦੇਖੀ ਬਾਬੇ ਗੁਰਦੀਪ ਸਿੰਘ ਰਾਮਗੜੀਏ ਨੇ ਵੀ ਇੱਥੇ ਖਲਾਰਾ ਪੈਣ ਲੱਗਾ ਆ। ਤੇ ਜਿਹੜੇ ਇਹ ਪ੍ਰੇਮ ਸਿੰਘ ਆ ਜਾਂ ਹੋਰ ਸਾਰੇ ਹੀ ਆ, ਇਹ ਜਿੰਨੇ ਵੀ ਸ਼ੇਰ ਸਿੰਘ, ਗਿਆਨੀ ਗੋਹ ਵਾਲਾ ਜਾਂ ਹੋਰ ਬਘੇਲੇ ਬਘੂਲੇ ਸਾਰੇ ਹੀ ਆ, ਜਿਹੜੇ ਚਾਣਕੀਏ, ਮਿੱਠੂ, ਇਹ ਸਾਰੇ ਇਕੱਠੇ ਹੋਏ ਇੱਕ ਜਗ੍ਹਾ ਦੇ ਉੱਤੇ। ਤਾਂ ਇਹ ਬਾਬੇ ਬਹਾਦਰ ਸਿੰਘ ਦੀ ਫੌਜ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਲੈਣਗੇ। ਇਹ ਬਾਬੇ ਨੇ ਫਿਰ ਇਸ ਤਰ੍ਹਾਂ ਦੀ ਗੱਲ ਦੇਖੀ, ਇਹਨੇ ਉੱਥੋਂ ਹੀ ਚਾਲਾ ਪਾਤਾ ਹਜੂਰ ਸਾਹਿਬ ਤੋਂ ਹੀ। ਇਹ ਮਾਤਾ ਦੇ ਗਿਆ ਹੀ ਨਹੀਂ। ਬਾਬਾ ਗੁਰਦੀਪ ਸਿੰਘ ਰਾਮਗੜੀਆ ਜਿਹੜਾ ਇਹ ਉੱਥੇ ਜਾਂਦਾ ਹੀ ਨਹੀਂ। ਇਹ ਬਿਨਾਂ ਦੱਸੇ ਹੀ ਫੌਜ ਨੂੰ ਚਾਲਾ ਪਾ ਦਿੱਤਾ ਉੱਥੋਂ ਹਜੂਰ ਸਾਹਿਬ ਤੋਂ। ਫੌਜ ਨੇ ਹਾਲਾਂਕਿ ਭਾਵੇਂ ਆਪਣਾ ਸੀਗੇ, ਭਾਵੇਂ ਹੋਰ ਚੰਡੀਗੜ੍ਹੀਆ ਸੀ ਜਾਂ ਬਾਬਾ ਹੈਪੀ ਵੀ ਸੀਗਾ, ਸਾਰੀ ਫੌਜ ਸੀ। ਫੌਜ ਨੇ ਇਹ ਉਮੀਦ ਲਾਈ ਸੀ ਵੀ ਚਲੋ ਇੱਥੇ ਹਜੂਰ ਸਾਹਿਬ ਤਾਂ ਦੰਗਾ ਫੰਗਾ ਟਲ ਗਿਆ। ਜਿਸ ਤਰ੍ਹਾਂ ਇਹ ਪ੍ਰੇਮ ਸਿੰਘ ਕਹਿੰਦਾ ਸੀਗਾ ਵੀ CID ਤੋਂ ਚੁਕਾਉਣਾ, ਆਹ ਕਰਨਾ, ਉਹ ਕਰਨਾ, ਵੀ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਕੋਈ ਦੰਗਾ ਫੰਗਾ ਨਹੀਂ ਹੋਇਆ। ਵੀ ਜੇ ਮਾਤਾ ਦੇ ਜਾ ਕੇ ਕੋਈ ਦੰਗਾ ਫੰਗਾ ਹੁੰਦਾ, ਕਿਸੇ ਪ੍ਰਕਾਰ ਦੀ ਕੋਈ ਮਾਰ ਕਟਾਈ ਹੁੰਦੀ ਆ, ਠੀਕ ਹੈ ਜੀ, ਤੇ ਉਹ ਜਿਹੜਾ ਦੰਗਾ ਫੰਗਾ ਹੋਵੇਗਾ ਉਹ ਜੇ ਕੋਈ ਗੱਲਬਾਤ ਹੁੰਦੀ ਆ, ਚਲੋ ਰਾਮਗੜੀਆ ਵੀ ਆਪਣੇ ਨਾਲ ਆ ਵੀ ਆਪਾਂ ਸਾਰੇ ਜਾਣੇ ਰਲ ਕੇ ਉਸ ਗੱਲ ਨਾਲ ਸਿੱਝ ਲਵਾਂਗੇ। ਪਰ ਬਾਬੇ ਰਾਮਗੜੀਏ ਨੇ ਵਿੱਚੋਂ ਮੈਦਾਨ ਦਿਓ ਮੋਰਚਾ ਚੱਕ ਦਿੱਤਾ। ਇਹ ਉਸ ਖੇਡ ਦੇ ਵਿੱਚ ਹੀ ਨਹੀਂ ਆਇਆ ਵੀ ਜੇ ਮੈਂ ਕਿਹਦਾ ਪੱਖ ਲਊਂਗਾ। ਠੀਕ ਹੈ ਜੀ। ਮੈਨੂੰ ਇੱਕ ਪੱਖ ਲੈਣਾ ਪਊਗਾ। ਜੇ ਮੈਂ ਮਾਤਾ ਦੇ ਜਾਊਂਗਾ, ਮਾਤਾ ਦੇ ਜਾ ਕੇ ਕੋਈ ਦੰਗਾ ਫੰਗਾ ਹੁੰਦਾ ਤਾਂ ਮੈਨੂੰ ਇੱਕ ਪੱਖ ਲੈਣਾ ਪਊਗਾ, ਜਾਂ ਮੈਨੂੰ ਬਾਬੇ ਬਹਾਦਰ ਸਿੰਘ ਦੀ ਫੌਜ ਦਾ ਪੱਖ ਲੈਣਾ ਪਊਗਾ, ਜਾਂ ਪ੍ਰੇਮ ਸਿੰਘ ਦੇ ਪੱਖ ਹੋਣਾ ਪਊਗਾ। ਇਹਨੇ ਉੱਥੇ ਬਿਨਾਂ ਦੱਸਿਓ ਚਾਲਾ ਮਾਰ ਦਿੱਤਾ ਬਾਬੇ ਗੁਰਦੀਪ ਸਿੰਘ ਰਾਮਗੜੀਏ ਨੇ। ਠੀਕ ਹੈ ਜੀ। ਚਲੋ ਉੱਥੋਂ ਚਾਲਾ ਪਾ ਦਿੱਤਾ। ਚਾਲਾ ਪਾਉਣ ਦੀ ਇਹਦੀ ਨੀਤੀ ਇਹ ਸੀਗੀ
ਕਿਉਂਕਿ ਇਹਨੂੰ ਚਾਹੀਦੀ ਸੀ ਵਡਿਆਈ। ਸਿੱਧੀ ਜਿਹੜੀ ਗੱਲ ਆ, ਬਾਬਾ ਬਹਾਦਰ ਸਿੰਘ ਸਾਹਿਬ ਜੀ ਦਾ ਨਾਮ ਵਰਤ ਕੇ ਸੰਗਤ ਨੂੰ ਇੱਧਰ ਉੱਧਰ ਕਰਕੇ ਇਹ ਵਡਿਆਈ ਦੇ ਭੁੱਖੇ ਆ ਸਾਰੇ। ਵਡਿਆਈਆਂ ਇਹਨਾਂ ਨੇ ਲਈਆਂ, ਵਡਿਆਈਆਂ ਭਾਲਦੇ ਆ, ਜਿਹੜੀ ਗੱਲ ਆ ਮੁੱਕਦੀ। ਠੀਕ ਹੈ ਜੀ। ਉੱਥੋਂ ਇਹ ਚਾਲਾ ਪਾਇਆ ਆ, ਮੁੜ ਕੇ ਪੰਜਾਬ ਆ ਕੇ ਫੌਜ ਨਾਲ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਸੋ ਹੋਇਆ। ਬਾਬਾ ਗੁਰਦੀਪ ਸਿੰਘ ਰਾਮਗੜੀਆ ਸੰਗਤ ਨੂੰ ਕਹਿੰਦਾ ਕਿ ਬਾਬਾ ਬਹਾਦਰ ਸਿੰਘ ਮੈਨੂੰ ਬੁੱਢੇ ਦਲ ਦਾ ਪਹਿਰਾ ਦੇ ਕੇ ਗਿਆ ਵੀ ਤੂੰ ਬੁੱਢੇ ਦਲ ਤੋਂ ਪਿੱਛੇ ਨਹੀਂ ਹਟਣਾ। ਬਾਬਾ ਚਲੋ ਉਹ ਤੇਰੀਆਂ ਗੱਲਾਂ ਬਾਤਾਂ ਜਿਹੜੀਆਂ ਆਖਰੀ ਦਿਨ ਬਾਬੇ ਤੈਨੂੰ ਮਿਲਣ ਗਏ ਸੀਗੇ, ਉਹ ਚਲੋ ਗੱਲਾਂ ਬਾਤਾਂ ਤੁਹਾਡੀਆਂ ਹੋਈਆਂ ਹੋਣਗੀਆਂ ਮਹਾਂਪੁਰਸ਼ਾਂ ਦੇ ਨਾਲ, ਚਲੋ ਉਹ ਖੇਡ ਅਕਾਲ ਪੁਰਖ ਜਾਣਦਾ ਆ। ਪਰ ਉਦੋਂ ਬਾਅਦ ਫਿਰ ਬਾਬਾ ਰਾਮਗੜੀਆ ਕੀ ਕਰਦਾ ਆ, ਇਹਨੂੰ ਪਤਾ ਸੀ ਕਿ ਬਾਬਿਆਂ ਦੇ ਸਾਰੀ ਸਾਜ਼ਿਸ਼ ਕਰਤਾ ਪ੍ਰੇਮ ਸਿੰਘ ਆ, ਵਿੱਚ ਚਾਣਕੀਏ ਮਿੱਠੂ ਮਾਨ ਸਿੰਘ ਆ, ਗਿਆਨੀ ਸ਼ੇਰ ਸਿੰਘ ਗੋਹ ਵਾਲਾ ਆ। ਠੀਕ ਆ। ਇਹ ਸਾਰੇ ਇੱਕੋ ਜਗ੍ਹਾ ਦੇ ਉੱਤੇ ਜੁੰਡਲੀ ਸਾਰਿਆਂ ਦੀ ਇਕੱਠੀ ਆ, ਇਹ ਸਾਰੇ ਇੱਕੋ ਹੀ ਜੁੱਟ ਦੇ ਇਹ ਸਾਰੇ ਬੰਦੇ ਆ, ਸਾਰੇ ਪ੍ਰੇਮ ਸਿੰਘ ਦੀ ਸਾਰੀ ਖੇਡ ਆ। ਇਹ ਰਾਮਗੜੀਏ ਨੂੰ ਪਤਾ ਸੀ। ਰਾਮਗੜੀਆ ਫੇਰ ਵੀ ਰਾਮਗੜੀਏ ਨੇ ਇਹ ਖੇਡ ਦੇਖੀ ਵੀ ਹੁਣ ਬਾਬੇ ਬਹਾਦਰ ਸਿੰਘ ਵਾਲੀ ਜਿਹੜੀ ਥੈਂ ਸੀ ਸੰਗਤ ਦੇ ਵਿੱਚ ਜਾਂ ਨੌਜਵਾਨਾਂ ਦੇ ਵਿੱਚ ਜਿਹੜੀ ਖੇਡ ਵਰਤਦੀ ਸੀ ਬਾਬੇ ਬਹਾਦਰ ਸਿੰਘ ਵਾਲੀ, ਉਹ ਖੇਡ ਆਪਣੇ ਕਾਬੂ ਆ ਜਾਵੇ, ਉਹ ਪਹਿਰਾ ਆਪਾਂ ਨੂੰ ਮਿਲ ਜਾਵੇ। ਪਰ ਉਹ ਸ਼ਹੀਦਾਂ ਦੀ ਇਸ ਤਰ੍ਹਾਂ ਦੀ ਮਨਜ਼ੂਰੀ ਨਾ ਹੋਈ, ਨਾ ਉਹ ਇਹ ਖੇਡ ਵਰਤ ਸਕੀ। ਠੀਕ ਹੈ ਜੀ। ਇਹ ਰਾਮਗੜੀਏ ਨੇ ਪ੍ਰੇਮ ਸਿੰਘ ਨੂੰ ਝੁਕ ਕੇ ਪ੍ਰੇਮ ਸਿੰਘ ਤੋਂ ਵਡਿਆਈ ਲਈ, ਪ੍ਰੇਮ ਸਿੰਘ ਤੋਂ ਤੇ ਗਿਆਨੀ ਸ਼ੇਰ ਸਿੰਘ ਗੋਹ ਵਾਲੇ ਤੋਂ ਜਾਂ ਮਾਨਮੂਨ ਸਿੰਘ ਤੋਂ ਇਹਨਾਂ ਤੋਂ ਆਪਣਾ ਦਲ ਪੰਥ ਚਲਾ ਲਿਆ। ਉਹਦਾ ਨਾਮ ਰੱਖ ਲਿਆ ਭਾਈ ਰੂਪ ਚੰਦ। ਠੀਕ ਹੈ। ਜਿਹੜਾ ਇਹਨਾਂ ਦੀ ਕੁੱਲ ਚੋਂ ਕੋਈ ਖੇਡ ਹੈ ਕਿਸੇ ਵੀ ਪ੍ਰਕਾਰ ਦੀ। ਸੋ ਇਹ ਗੱਲਬਾਤ ਆ ਵੀ ਜੇ ਤੈਨੂੰ ਬਾਬਾ ਬਹਾਦਰ ਸਿੰਘ ਇਹ ਗੱਲ ਕਹਿ ਕੇ ਗਿਆ ਸੀ ਵੀ ਤੂੰ ਬੁੱਢੇ ਦਲ ਦੀ ਪੈਰਵਾਈ ਕਰਨੀ ਆ ਜਾਂ ਕੋਈ ਵੀ ਗੱਲਬਾਤ ਕਰਨੀ ਆ ਕਿਸੇ ਵੀ ਪ੍ਰਕਾਰ ਦੀ, ਤੇਰਾ ਫਰਜ਼ ਇਹ ਬਣਦਾ ਸੀ ਵੀ ਤੈਂ ਖੰਡਾ ਚੱਕ ਕੇ ਤੈਂ ਬਾਬੇ ਬਹਾਦਰ ਸਿੰਘ ਦਾ ਹੱਕ ਲੈਣਾ ਸੀ, ਤੈਂ ਬਾਬੇ ਬਹਾਦਰ ਸਿੰਘ ਦੀ ਖੇਡ ਦਾ ਹੱਕ ਲੈਣਾ ਸੀ। ਜੇ ਬਾਬੇ ਬਹਾਦਰ ਸਿੰਘ ਨੇ ਤੈਨੂੰ ਕੋਈ ਸੇਵਾ ਲਾਈ ਸੀ, ਠੀਕ ਆ, ਨਾ ਕਿ ਇਹ ਤੈਂ ਖੇਡ ਵਰਤਾਉਣੀ ਸੀਗੀ ਵੀ ਤੂੰ ਜਾ ਕੇ ਪ੍ਰੇਮ ਸਿੰਘ ਨੂੰ ਝੁਕ ਜਾਣਾ ਆ ਜਾਂ ਤੂੰ ਗਿਆਨੀ ਸ਼ੇਰ ਸਿੰਘ ਗੋਹ ਵਾਲਾ ਜਾਂ ਮਾਨ ਸਿੰਘ ਇਹਨਾਂ ਤੋਂ ਤੂੰ ਚਿੱਠੀਆਂ ਲੈ ਕੇ ਆਪਦਾ ਦਲ ਪੰਥ ਤੋਰ ਲੈਣਾ ਆ। ਇਹ ਵਡਿਆਈ ਦੀ ਭੁੱਖ ਦਾ ਕਾਰਨ ਆ ਵੀ ਤੂੰ ਵੱਡਾ ਬਣਨਾ ਚਾਹੁੰਦਾ ਸੀ। ਠੀਕ ਆ। ਇਹ ਬਚਨ ਸਿਰਫ ਔਰ ਸਿਰਫ ਇਹ ਬਚਨ ਤੇਰੇ ਬਾਰੇ ਕਹਿਣੇ ਸੀਗੇ ਆਪਾਂ ਸੰਗਤ ਦੇ ਵਿੱਚ, ਇਹ ਆਪਾਂ ਦਿੱਤੇ ਆ ਕਹਿ। ਠੀਕ ਹੈ ਜੀ। ਜੇ ਸ਼ਹੀਦਾਂ ਦਾ ਹੱਕ ਲੈਣਾ ਸੀ ਤਾਂ ਉਹਦੇ ਜਿਹੜੇ ਕਾਤਲਾਨਾ ਸੀਗੇ, ਜਿਹੜੇ ਕਾਤਲ ਦੇ ਸਾਜ਼ਿਸ਼ ਕਰਨੇ ਵਾਲੇ ਸੀਗੇ ਜਾਂ ਉਹਨੂੰ ਖਰਾਬ ਕਰਨੇ ਵਾਲੇ ਸੀਗੇ, ਤੈਂ ਉਹਨਾਂ ਦੇ ਨਾਲ ਆਡਾ ਲੈਣਾ ਸੀ। ਜੇ ਤੈਨੂੰ ਸ਼ਹੀਦ ਸੇਵਾ ਲਾ ਕੇ ਗਏ ਸੀ ਵੀ ਤੂੰ ਭਾਈ ਸਿੰਘਾ ਆਹ ਗੱਲਬਾਤ ਕਰਨੀ ਆ, ਪਰ ਤੂੰ ਉਲਟਾ ਉਹਨਾਂ ਦੇ ਨਾਲੇ ਰਲ ਕੇ ਸਾਰੀ ਗੱਲਬਾਤ ਕੀਤੀ। ਮੁੜ ਕੇ ਸਾਰਾ ਸੰਸਾਰ ਦੇਖ ਰਿਹਾ ਵੀ ਕਿੱਦਾਂ ਤੁਹਾਡੇ ਆਪਸੀ ਪਾੜ ਪਏ ਜਾਂ ਕੀ ਤੁਹਾਡੀ ਗੱਲਬਾਤ ਹੋਈ ਆ। ਠੀਕ ਆ। ਤੂੰ ਜਥੇਦਾਰ ਬਣ ਜੀ, ਸਦਕੇ ਬਣ, 96 ਕਰੋੜੀ ਬਣ ਜਾ, 98 ਕਰੋੜੀ ਬਣ ਜਾ, ਉਦੋਂ ਵੱਡਾ ਕੋਈ ਅਰਬ ਕਰੋੜੀ ਬਣ ਜਾ, ਪਰ ਸ਼ਹੀਦਾਂ ਦੇ ਨਾਮ ਦੇ ਉੱਤੇ ਇਹ ਐਦਾਂ ਦੀਆਂ ਕੋਝੀਆਂ ਹਰਕਤਾਂ ਨਾ ਕਰੋ। ਠੀਕ ਹੈ। ਜੇ ਬਾਬਾ ਤੈਨੂੰ ਇਹ ਗੱਲ ਕਹਿ ਕੇ ਗਿਆ ਸੀ ਤਾਂ ਤੇਰਾ ਫਰਜ਼ ਕੀ ਬਣਦਾ ਸੀਗਾ? ਤੇਰਾ ਫਰਜ਼ ਬਣਦਾ ਸੀ ਆਡਾ ਲੈਣਾ, ਇਹਨਾਂ ਦੇ ਨਾਲ ਮੱਥਾ ਲਾਉਣਾ, ਸੰਗਤ ਨੂੰ ਅਗਾਹ ਕਰਨਾ। ਪਰ ਉਹ ਨਹੀਂ, ਤੈਂ ਆਪਣੀ ਵਡਿਆਈ ਦੇਖੀ ਵੀ ਮੈਨੂੰ ਵਡਿਆਈ ਮਿਲਦੀ ਆ, ਮੈਂ ਕਿੱਥੋਂ ਭਾਈ ਰੂਪ ਚੰਦ ਦੇ ਨਾਮ ਚੋਂ ਨਿਕਲ ਕੇ ਮੈਂ ਬੁੱਢਾ ਦਲ ਟਾਈਟਲ ਲੈ ਲਵਾਂ ਕਿਸੇ ਤਰੀਕੇ ਦੇ ਨਾਲ। ਠੀਕ ਆ। ਐਦਾਂ ਬੁੱਢਾ ਦਲ ਟਾਈਟਲ ਨਾ ਮਿਲਦਾ। ਨਾ ਬੁੱਢੇ ਦਲ ਦੀ ਮੈਨੂੰ ਫਿਕਰ ਆ, ਨਾ ਬੁੱਢੇ ਦਲ ਦੀ ਕਿਸੇ ਹੋਰ ਨੂੰ ਫਿਕਰ ਕਰਨ ਦੀ ਲੋੜ ਆ। ਬੁੱਢਾ ਦਲ ਪਰਮੇਸ਼ਵਰ ਦਾ ਹੈ, ਪੰਥ ਪਰਮੇਸ਼ਵਰ ਦਾ ਹੈ, ਪਰਮੇਸ਼ਵਰ ਆਪੇ ਸਾਰੀ ਖੇਡ ਚਲਾਊਗਾ। ਠੀਕ ਹੈ ਜੀ। ਉਦੋਂ ਬਾਅਦ ਆਪਾਂ ਹੁਣ ਆ ਜਾਈਏ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਭਚੰਗੀ ਦੇ ਉਹਦੇ ਉੱਤੇ। ਜਿਹੜਾ ਮਾਨ ਸਿੰਘ ਨੇ ਅੱਜ ਨੌਜਵਾਨ ਅੱਗੇ ਲਾਇਆ ਹੋਇਆ ਉਹਦਾ ਨਾਮ ਅਮਨ ਸਿੰਘ ਆ। ਉਹਨੂੰ ਫਰਲਾ ਦਿੱਤਾ ਹੋਇਆ, 2 ਸਾਲ ਉਹਨੂੰ ਨਿਹੰਗ ਸਿੰਘਾਂ ਦੇ ਵਿੱਚ ਭਰਤੀ ਹੋਏ ਨਹੀਂ ਹੋਏ, ਉਹਨੂੰ ਮਾਨ ਸਿੰਘ ਨੇ ਫਰਲਾ ਦੇ ਕੇ ਤਾਂ ਅੱਜ ਉਹਨੂੰ ਜਥੇਦਾਰ ਬਣਾ ਦਿੱਤਾ ਆ। ਦਿੱਲੀ ਮੋਰਚੇ ਦੇ ਵਿੱਚ ਉਹ ਨੌਜਵਾਨ ਹੈਗਾ ਖੜਾ। ਠੀਕ ਆ। ਮਾਨ ਸਿੰਘ ਦੇ ਕੋਲ, ਤੇ ਮਾਨ ਸਿੰਘ ਨੇ ਹੁਣ ਉਹ ਜਥੇਦਾਰ ਬਣਾਇਆ ਹੋਇਆ, ਅੱਗੇ ਲਾਇਆ ਹੋਇਆ, ਉਹਨੂੰ ਫਰਲਾ ਦੇ ਦਿੱਤਾ। ਬਾਬੇ ਹੈਪੀ ਦਾ ਇਹਦੇ ਨਾਲ ਇਸ ਤਰ੍ਹਾਂ ਦੀ ਪਤਾ ਨਹੀਂ ਕਿੱਦਾਂ ਇਹਨਾਂ ਦਾ ਮੇਲ ਮਿਲਾਪ ਹੋਇਆ ਆਪਸ ਦੇ ਵਿੱਚ। ਬਾਬੇ ਹੈਪੀ ਨੇ ਇਸ ਨੌਜਵਾਨ ਨੂੰ, ਇਸ ਅਮਨ ਸਿੰਘ ਨੂੰ, ਠੀਕ ਆ, 25-30 ਹਜ਼ਾਰ ਰੁਪਈਆ, 35 ਹਜ਼ਾਰ ਰੁਪਈਆ ਨਗਦੀ, 2 ਰਿਵਾਲਵਰ ਦਿੱਤੇ ਸੀਗੇ ਵੀ ਚਾਣਕੀਆ ਜੇਲ੍ਹ ਦੇ ਵਿੱਚੋਂ ਛੁੱਟ ਕੇ ਆਉਣ ਵਾਲਾ ਆ, ਤੈਂ ਚਾਣਕੀਏ ਦੇ ਗੋਲੀ ਮਾਰਨੀ ਆ। ਇਸ ਤਰ੍ਹਾਂ ਦਾ ਇਹਨੇ ਬਾਬੇ ਹੈਪੀ ਨੂੰ ਝਾਂਸਾ ਦਿੱਤਾ। ਬਾਬੇ ਹੈਪੀ ਦੇ ਨਾਲ ਇਹਨੇ ਇਸ ਤਰ੍ਹਾਂ ਦਾ ਛੜਯੰਤਰ ਰਚਿਆ, ਛੜਯੰਤਰ ਕੀਤਾ ਇਹਨੇ ਬਾਬੇ ਹੈਪੀ ਦੇ ਨਾਲ। ਠੀਕ ਹੈ ਜੀ। ਜਦੋਂ ਇਹ ਖੇਡ ਹੋ ਗਈ, ਜਦੋਂ ਉਹਨੇ ਇਹਨੂੰ 2 ਰਿਵਾਲਵਰ ਦੇ ਦਿੱਤੇ, ਜਦੋਂ ਇਹਨੂੰ ਪੈਸੇ ਦੇ ਦਿੱਤੇ, ਮੁੜ ਕੇ ਇਹ ਆ ਕੇ ਇਹਨੇ ਮੁਖਬਰੀ ਕੀਤੀ
ਇਹਨਾਂ ਦੇ ਕੋਲ ਮਾਨ ਸਿੰਘ ਹੋਣਾ ਦੇ ਕੋਲ ਇਹ ਰਲ ਗਿਆ ਮਾਨ ਸਿੰਘ ਹੋਣਾ ਦੇ ਨਾਲ। ਠੀਕ ਆ, ਇਹ ਪਿਛਲੇ ਸਾਲ ਜਿੱਥੇ ਪਿਛਲੇ ਸਾਲ ਬਲਵੀਰ ਸਿੰਘ ਨੇ ਜਿਹੜਾ ਇਹਨਾਂ ਦੇ ਨਾਲ ਕਾਂਡ ਹੋਇਆ ਸੁਲਤਾਨਪੁਰ ਲੋਧੀ, ਜਿੱਥੇ ਇਹਨਾਂ ਦਾ ਦਲ ਖੋਲਿਆ ਮਾਨ ਸਿੰਘ ਦਾ, ਜਾਂ ਇਹ ਗਿਆਨੀ ਸ਼ੇਰ ਸਿੰਘ ਜਿਹੜਾ ਗੋਹ ਵਾਲਾ 96 ਕਰੋੜੀ, ਇਹਨਾਂ ਤੋਂ ਜਿਹੜੀ ਬਲਵੀਰ ਸਿੰਘ ਨੇ ਸਾਰੀ ਖੇਡ ਨਿਸ਼ਾਨ ਨਗਾਰੇ ਕਬਜ਼ਾ ਕਰ ਲਿਆ। ਛਾਉਣੀ ਦੇ ਉੱਤੇ ਕਬਜ਼ਾ ਕਰ ਲਿਆ, ਇਹਨਾਂ ਦੇ ਦਲ ਦੇ ਉੱਤੇ ਕਬਜ਼ਾ ਕਰ ਲਿਆ। ਪੁਲਿਸ ਚਾੜ ਕੇ ਉੱਥੋਂ ਇਹ ਭਗੌੜਾ ਹੋਏ, ਉੱਥੇ ਆ ਕੇ ਇਹ ਨੌਜਵਾਨ ਦੀਆਂ ਫੋਟੋਆਂ ਦੇਖਣ ਨੂੰ ਮਿਲੀਆਂ। ਠੀਕ ਹੈ, ਜਿਹੜਾ ਇਹ ਅਮਨ ਸਿੰਘ ਆ ਫਰਲਾ ਲਿਆ ਹੋਇਆ ਮਹਾਂਕਾਲ ਬਣਿਆ, ਜਿਹੜਾ ਦਿੱਲੀ ਦੇ ਵਿੱਚ ਇਸ ਵੇਲੇ ਖੜਾ ਆ। ਇਹਦੀ ਸੱਚਾਈ ਇਹ ਆ, ਇਹਨੇ ਮੁਖਬਰੀ ਕੀਤੀ ਫਿਰ ਆ ਕੇ ਪਿਛਲੇ ਸਾਲ ਵੀ ਜਦੋਂ ਬਾਬੇ ਹਾਕਮ ਸਿੰਘ ਦਾ ਜਦੋਂ ਅਕਾਲ ਚਲਾਣਾ ਹੋਇਆ, ਉਦੋਂ ਵੀ ਆਪਾਂ ਵੀਡੀਓ ਇਹੀ ਜਾਰੀ ਕੀਤੀ ਸੀ ਵੀ ਬਾਬੇ ਦਾ ਕਤਲ ਹੋਇਆ। ਬਾਬਾ ਨਸ਼ਾ ਨੁਸ਼ਾ ਖਾ ਕੇ ਨਹੀਂ ਕਿਸੇ ਵੀ ਪ੍ਰਕਾਰ ਦੀ ਕੋਈ ਖੇਡ ਵਰਤੀ, ਬਾਬੇ ਦਾ ਕਤਲ ਹੋਇਆ ਤੇ ਕਤਲ ਕਰਾਉਣ ਦੇ ਵਿੱਚ ਇਹੀ ਸਾਰੇ ਆ। ਜਦੋਂ ਬਾਬੇ ਹੈਪੀ ਨੇ ਇਹਨੇ ਇਦਾਂ ਦਾ ਇੱਕ ਛੜਯੰਤਰ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਰਚਿਆ। ਬਾਬੇ ਹੈਪੀ ਤੋਂ ਪੈਸੇ ਵੀ ਲੈ ਲਏ, 2 ਰਿਵਾਲਵਰ ਲੈ ਲਏ ਵੀ ਚਾਣਕੀਆ ਜਦੋਂ ਜੇਲ੍ਹ ਚੋਂ ਨਿਕਲਦਾ ਮੈਂ ਉਹਦੇ ਗੋਲੀ ਮਾਰੂੰਗਾ। ਮੁੜ ਕੇ ਆ ਕੇ ਇਹਨੇ ਇੱਧਰ ਹੱਥ ਰਲਾ ਲਿਆ ਮਾਨ ਸਿੰਘ ਹੋਣਾ ਨਾਲ। ਚਾਣਕੀਏ ਉਹਨਾਂ ਨੂੰ ਖਬਰਾਂ ਦੇ ਦਿੱਤੀਆਂ ਕਿ ਬਾਬੇ ਬਹਾਦਰ ਸਿੰਘ ਦਾ ਭਚੰਗੀ ਤੁਹਾਨੂੰ ਮਾਰਨ ਦੀਆਂ ਗੱਲਾਂ ਬਾਤਾਂ ਕਰਦਾ, ਉਹਦੇ ਖਿਲਾਫ ਐਕਸ਼ਨ ਲਓ। ਇਨੀ ਰਲ ਮਿਲ ਕੇ ਉਹਦੀ ਗੇਮ ਫਿਰ ਪਾਤੀ ਇਹਨਾਂ ਸਾਰਿਆਂ ਨੇ। ਠੀਕ ਆ, ਜਿਹੜੇ ਬਾਬੇ ਦੇ ਨਾਲ, ਜਿਹੜੇ ਬਾਬੇ ਹੈਪੀ ਦੇ ਨਾਲ ਜਿਹੜੇ ਨੌਜਵਾਨ ਸੀ ਉਹਨੂੰ ਗੱਡੀ ਦੇ ਵਿੱਚ ਬੰਦ ਕਰਕੇ ਛੱਡ ਗਏ। ਨਾਮ ਲਾਤਾ ਵੀ ਨਸ਼ਾ ਖਾ ਕੇ ਮਰ ਗਿਆ ਜਾਂ ਕੀ ਹੋ ਗਿਆ। ਨਸ਼ਾ ਖਾਣ ਦੇ ਨਾਲ ਕੋਈ ਐਸੀ ਖੇਡ ਨਹੀਂ ਹੋਈ ਕਿਸੇ ਵੀ ਪ੍ਰਕਾਰ ਦੀ। ਉਹਦੇ ਗਲੇ ਦੇ ਉੱਤੇ ਨਿਸ਼ਾਨ ਸੀਗੇ। ਠੀਕ ਆ, ਉਹਨੂੰ ਨਸ਼ਾ ਕੀਤਾ ਉਹਨੂੰ ਜਾਂ ਨਹੀਂ ਉਹਨੂੰ ਕਰਾਤਾ ਨਸ਼ਾ, ਜਿਹੜੇ ਨਾਲ ਨੂਲ ਦੇ ਸੀਗੇ। ਬਾਅਦ ਚੋਂ ਆਣੀ ਆ ਕੇ ਕਿਸੇ ਨਾ ਕਿਸੇ ਨੇ ਕੋਈ ਗੱਲਬਾਤ ਕੀਤੀ, ਉਹਦਾ ਗਲਾ ਘੁੱਟਿਆ ਹੋਇਆ ਸੀ, ਉਹਦੇ ਸਰੀਰ ਤੇ ਹੋਰ ਵੀ ਨਿਸ਼ਾਨ ਸੀਗੇ। ਔਰ ਰਾਤ ਨੂੰ ਉਹਦੇ ਘਰ ਦੇ ਮੂਹਰੇ ਬੋਪਾ ਰਾਏ ਕਲਾ ਪਿੰਡ ਦੇ ਵਿੱਚ ਉਹਦੇ ਘਰ ਦੇ ਮੂਹਰੇ ਗੱਡੀ ਦੇ ਵਿੱਚ ਬੰਦ ਕਰਕੇ, ਸ਼ੀਸ਼ੇ ਬੰਦ ਕਰਕੇ ਉਹਨੂੰ ਛੱਡ ਕੇ ਸਾਰੇ ਦੌੜ ਜਾਂਦੇ ਆ। ਚਲੋ ਮਹਾਂਕਾਲ ਰਾਖਾ, ਮਹਾਂਕਾਲ ਜਾਣਦਾ ਆ ਇਹ ਕੀ ਗੱਲਬਾਤ ਆ ਜਾਂ ਕੀ ਖੇਡ ਵਰਤੀ। ਉਹ ਨੌਜਵਾਨ ਵੀ ਜਿਹੜੇ ਸੀਗੇ ਪਿੰਡ ਦੇ, ਕੋਈ ਢੱਟਾਂ ਦਾ ਸੀਗਾ, ਕੋਈ ਬੋਪਾ ਰਾਏ ਦਾ ਸੀ, ਜਾਂ ਕੋਈ ਕਿਸੇ ਦਾ ਕਿਤੇ ਦਾ ਸੀਗਾ ਕੁਝ ਵੀ, ਉਹਦੇ ਖਿਲਾਫ ਵੀ ਕਿਸੇ ਨੇ ਕਾਰਵਾਈ ਨਹੀਂ ਕੀਤੀ। ਸਾਨੂੰ ਪੁਲਿਸਾਂ ਤੇ ਕੋਈ ਭਰੋਸਾ ਨਹੀਂ ਕਿਸੇ ਵੀ ਪ੍ਰਕਾਰ ਦਾ ਸੰਸਾਰ ਦੀ ਕੋਈ ਖੇਡ ਤੇ। ਮਹਾਂਕਾਲ ਬਦਲੇ ਲਵੇਗਾ ਗਿਣ ਕੇ ਅਕਾਲ ਪੁਰਖ। ਮਹਾਂਕਾਲ ਇਸ ਖੇਡ ਦਾ ਨਿਸਤਾਰਾ ਕਰੇਗਾ ਜਿਹੜੀ ਖੇਡ ਵਰਤ ਰਹੀ ਆ। ਠੀਕ ਹੈ ਜੀ, ਹੁਣ ਸਮਾਂ ਵੈਸੇ ਵੀ ਥੋੜਾ ਜਿਹਾ ਹੀ ਰਹਿ ਗਿਆ ਆ। ਪੰਥ ਸਾਰੇ ਹੀ ਕਰ ਰਹੇ ਆ, ਕਿਸੇ ਦੀ ਇੱਕ ਨਹੀਂ ਚੱਲਣ ਦੇਣੀ ਪਰਮੇਸ਼ਵਰ ਨੇ। ਇਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆ। ਆਵਨ 78 ਜਾਣ 97, 78 ਸਨ ਚੜ ਰਿਹਾ। ਹੁਣ ਜਿਹੜਾ 78 ਸਨ ਚੜੇਗਾ ਆਹ ਵਾਲੀ ਸੰਗਰਾਂਦ ਨੂੰ, ਐਦਾਂ ਦਾ ਦੰਗਾ ਫੰਗਾ ਸੰਸਾਰ ਤੇ ਮਚੇਗਾ। ਮਾਰ ਧਾੜ ਬੁਰੇ ਹਾਲ ਹੋਣਗੇ ਸਾਰੇ ਪ੍ਰਕਾਰ ਦੇ। 19 ਸਾਲ ਲਗਾਤਾਰ ਇਹ ਖੇਡ ਚੱਲੇਗੀ। ਆ ਧਰਮ ਦੀ, ਕਲਯੁਗ ਆਪ ਦੇ ਧਰਮ ਦੀ ਸਥਾਪਨਾ ਕਰ ਰਿਹਾ। ਸਾਰੀ ਖੇਡ ਕਲਯੁਗੀ ਚੱਲ ਰਹੀ ਹੈ ਇਸ ਵੇਲੇ। ਠੀਕ ਹੈ ਜੀ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ, ਔਰ ਵੀ ਉੱਠ ਸੀ ਮਰਦ ਕਾ ਚੇਲਾ, ਔਰ ਵੀ ਉੱਠ ਸੀ ਮਰਦ ਕਾ ਚੇਲਾ। ਕੋਈ ਹੋਰ ਉੱਠੇਗਾ ਧਰਮ ਦਾ ਨਿਸ਼ਾਨ ਲੈ ਕੇ, ਧਰਮ ਦਾ ਧੌਂਸਾ ਵਜਾਏਗਾ। 4 ਕੁੰਟਾਂ ਦੇ ਉੱਤੇ ਸੱਚ ਦਾ ਨਿਸ਼ਾਨ ਲੈ ਕੇ ਕੋਈ ਉੱਠੇਗਾ। ਮਰਦ ਕਾ ਚੇਲਾ, ਮਰਦ ਕੇ ਚੇਲੇ ਤੋਂ ਭਾਵਿਆ ਇੱਕ ਅਕਾਲ ਪੁਰਖ ਮਰਦ ਹੈ ਤੇ ਉਹਦਾ ਤੇਜ ਪ੍ਰਤਾਪੀ, ਉਹਦਾ ਕੋਈ ਪੁੱਤਰ, ਉਹਦਾ ਕੋਈ ਪਿਆਰਾ ਉੱਠੇਗਾ ਜਿਹਨੂੰ ਉਹ ਧੁਰ ਦਰਗਾਹ ਤੋਂ ਸਾਜ ਕੇ ਸ਼ਹੀਦੀ ਫੌਜ ਬਣਾ ਕੇ ਜਿਹਨੂੰ ਭੇਜੇਗਾ। ਔਰ ਵੀ ਉੱਠ ਸੀ ਮਰਦ ਕਾ ਚੇਲਾ। ਇਹ 2000 ਉਦੋਂ, ਫਿਰ 2021 ਸਨ ਹੁਣ ਚੜ੍ਹਦਾ ਹੈ 2040, ਜਿਹੜਾ 78 ਤੇ 97 ਤੱਕ 19 ਸਾਲ ਦਾ ਇਹ ਪਹਿਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਆ। ਇਹ 19 ਸਾਲ ਦੇ ਵਿੱਚ ਇਹ ਮਲੇਛਾਂ ਦੀ ਸਫਾ ਜਿਹੜੀ ਖਤਮ ਕਰ ਦਿੱਤੀ ਜਾਊਗੀ। ਇਹ ਧਰਮੀ ਦੂਜਾ ਬਚਨ ਸ਼ਹੀਦਾਂ ਸਿੰਘਾਂ ਦਾ। ਠੀਕ ਹੈ ਜੀ, ਚੜਿਆ 220 ਨਾ ਰਹੇ ਮੁਹੰਮਦ ਨਾ ਰਹੇ ਈਸਾ। ਮਹਾਰਾਜ ਕਹਿੰਦੇ ਆ ਸ਼ਹੀਦਾਂ ਸਿੰਘਾਂ ਦਾ ਬਚਨ ਆ ਵੀ ਉੱਤੋਂ ਭੇਖ ਰਹਿ ਜਾਵੇਗਾ, ਉੱਤੋਂ ਦਿੱਖ ਰਹਿ ਜਾਵੇਗੀ, ਦਿਖਾਵਟ ਰਹਿ ਜਾਵੇਗੀ ਧਰਮ ਦੀ। ਅੰਦਰੋਂ ਧਰਮ ਖਤਮ ਹੋ ਜਾਣਾ, ਅੰਦਰ ਮਲੀਨਤਾ ਹੀ ਆ ਜਾਣੀ ਆ ਸਭ ਦੇ ਮਨਾਂ 'ਚ। ਠੀਕ ਆ, ਉੱਤੋਂ ਬਾਣੇ ਹੋਣਗੇ, ਉੱਤੋਂ ਦਮਾਲੇ ਹੋਣਗੇ, ਪਰ ਦਿਲਾਂ 'ਚ ਸੱਚ ਨਹੀਂ ਹੋਣਾ। ਨਰੋਲ ਸੱਚ ਤੇ ਕਿਸੇ ਨੇ ਪਹਿਰਾ ਨਹੀਂ ਦੇਣਾ। ਸਭ ਵਡਿਆਈਆਂ ਦੇ ਭੁੱਖੇ ਆ, ਸਭ ਆਪ ਦਾ ਡੰਡਾ ਡੇਰਾ ਚਲਾ ਰਹੇ ਆ ਇੱਕ ਪਰਮੇਸ਼ਵਰ ਦੀ ਖੇਡ ਨੂੰ ਛੱਡ ਕੇ। ਠੀਕ ਆ, ਭਾਵੇਂ ਬਾਬਾ ਬਲਵੀਰ ਸਿੰਘ ਹੋਵੇ, ਸਰਕਾਰ ਦੀਆਂ ਅਥਾਰਟੀਆਂ, ਸਰਕਾਰ ਦੀਆਂ ਪੁਲਿਸਾਂ, ਮਾਇਆ ਦੀਆਂ ਜਿਹੜੀਆਂ ਖੇਡਾਂ ਦੇ ਵਿੱਚ ਆ ਕੇ, ਠੀਕ ਹੈ, ਜਿਹੜਾ ਸੱਚ ਦਾ ਪ੍ਰਚਾਰ ਨਹੀਂ ਕਰ ਰਹੇ, ਸਭ ਮਾਇਆ ਦੇ ਅਧੀਨ ਚੱਲ ਰਹੇ ਆ। ਪਰ ਇਹ ਸਫਾ ਉੱਠ ਜਾਣੀ ਆ, ਹੁਣ ਇਹ ਸਫਾ ਉੱਠੇਗੀ। ਬੁੱਢਾ ਦਲ ਪੰਥ ਆ ਸੰਸਾਰ ਦੇ ਉੱਤੇ ਜਿਹੜਾ ਖਲਾਰਾ ਪਿਆ ਹੋਇਆ 1920 ਦਾ, ਉਦੋਂ ਵੀ ਪਹਿਲਾਂ ਦਾ, ਸਦੀ ਹੋ ਚੱਲੀ ਆ।
ਪਰ ਬੁੱਢੇ ਦਲ ਦੇ ਵਿੱਚ ਇਹ 20 ਕੁ ਸਾਲ ਤੋਂ ਇਹ ਘੁਣ ਬੜਿਆ, ਜਿਹੜਾ ਮਾਇਆ ਦਾ ਪਹਿਰਾ ਸੀ ਜਾਂ ਜਿਹੜੀ ਮਲੇਛਾਂ ਦੀ ਸਫਾ ਆ ਬੜੀ ਆ, ਸਭ ਖਤਮ ਕਰ ਦੇਣੀ ਆ ਪਰਮੇਸ਼ਵਰ ਨੇ। ਇੱਕ ਉੱਠੇਗਾ ਔਰ ਵੀ ਉੱਠ ਸੀ ਮਰਦ ਕਾ ਚੇਲਾ, ਜਿਹੜਾ ਸੱਚ ਤੇ ਪਹਿਰਾ ਦੇਵੇਗਾ, ਜਿਹੜਾ ਬਚਿਆ ਰਹੇਗਾ, ਜਿਹਦੇ ਕੋਲ ਨਿਰੋਲ ਸੱਚ ਹੋਵੇਗਾ, ਉਹ ਪੰਥ ਨੂੰ ਖੜਾ ਕਰੇਗਾ, ਉਹ ਪੰਥ ਦੀ ਖੇਡ ਦੇ ਉੱਤੇ ਚੱਲੇਗਾ, ਉਹ ਛਤਰੀਆਂ ਦਾ ਪੂਰਾ ਜਿਹੜਾ ਗੁਰੂ ਨਾਨਕ ਮਹਾਰਾਜ ਦਾ ਕਾਨੂੰਨ ਹੈ ਉਹ ਲਾਗੂ ਕਰੇਗਾ। ਇਹ ਖੇਡ ਚੱਲੇਗੀ 2040 ਤੋਂ ਬਾਅਦ, ਠੀਕ ਆ। ਉਦੋਂ ਗੁਰੂ ਨਾਨਕ ਦਾ ਸੰਨ ਚੜ੍ਹੇਗਾ 98, 2098, 2078 ਸੰਨ ਹੁਣ ਲਾਗੂ ਹੋਣ ਲੱਗਿਆ, ਜਿਹੜਾ ਆ ਹੁਣ ਗਾਂ ਵਾਲੇ ਮਹੀਨੇ ਦੀ ਸੰਗਰਾਂਦ ਆ ਰਹੀ ਹੈ। ਤੇ 19 ਸਾਲ ਦਾ ਇਹ ਪਹਿਰਾ ਚੱਲੇਗਾ ਸੰਸਾਰ ਦੇ ਉੱਤੇ। ਸਭ ਨੇ ਮਰਨਾ ਆ, ਮਰੋ ਮਰਾ ਹੋ ਰਿਹਾ ਹੈ। ਇਹ ਜਿਹੜਾ 19 ਸਾਲ ਦਾ ਪਹਿਰਾ ਹੈ, ਇਹ ਨਾਮ ਨਿਊ ਵਰਲਡ ਆਰਡਰ ਲੈ ਕੇ ਸਾਰੇ ਸੰਸਾਰ ਦੇ ਐਲੀਟਸ ਆ ਰਹੇ ਆ। ਕੈਨੇਡਾ, ਅਮਰੀਕਾ, ਹੋਰ ਜਿੰਨੀਆਂ ਅਫਰੀਕਾ ਫਰੂਕਾ, ਸਭ ਰੂਸ, ਜਾਪਾਨ, ਚੀਨ ਸਭ ਇਹਦੇ ਵਿੱਚ ਹੈ। ਇਸ ਕਾਨੂੰਨ ਨੂੰ ਲਾਗੂ ਕਰਨ ਲੱਗੇ ਆ। ਇਹ ਦੈਂਤਾਂ ਦੀ ਮੱਤ ਆ, ਬੀਰਜਨਾਦ ਵੰਸ਼ੀ ਇਹ ਮੱਤ ਆ। ਜਿਵੇਂ ਬੀਰਜਨਾਦ ਚੜਿਆ ਸੀ ਸੰਸਾਰ ਤੇ, ਧਰਮ ਦਾ ਨਾਸ ਕਰ ਦਿੱਤਾ ਸੀ, ਦੇਵਤੇ ਖਤਮ ਕਰ ਦਿੱਤੇ ਸੀ, ਇਸ ਤਰ੍ਹਾਂ ਕਲਯੁਗ ਚੜਿਆ ਹੁਣ ਆਪਦੀ ਕਲਾ ਲੈ ਕੇ। ਮਾਇਆ ਚੜੀ ਆ ਸਾਰੇ ਸੰਸਾਰ ਦੇ ਉੱਤੇ ਸੱਚ ਨੂੰ ਖਤਮ ਕਰ ਦੇਣ ਵਾਸਤੇ, ਠੀਕ ਹੈ ਜੀ। ਔਰ ਵੀ ਉੱਠ ਸੀ ਮਰਦ ਕਾ ਚੇਲਾ। 19 ਸਾਲ ਦਾ ਗਾਹ ਪਾਉਣ ਤੋਂ ਬਾਦਾਂ ਫਿਰ ਇਹ ਖੇਡ ਚੱਲੇਗੀ। ਜਿਸ ਤਰ੍ਹਾਂ ਹੁਣ ਕਲਯੁਗ ਆਪ ਦਾ ਧਰਮ ਚਲਾਉਣ ਲੱਗਾ, ਨਿਊ ਏਜ ਰਿਲੀਜਨ ਆਉਣ ਲੱਗਾ, 2030 ਏਜੰਡਾ ਜਿਹੜਾ ਉਹ ਸਾਹਮਣੇ ਲੈ ਕੇ ਆਉਣ ਲੱਗੇ ਆ। 2030 ਤੱਕ ਕਲਯੁਗ ਆਪ ਦਾ ਧਰਮ ਸਥਾਪਿਤ ਕਰ ਦੇਵੇਗਾ। ਇਹ ਛੜਯੰਤਰ ਕਰਦੇ ਫਿਰਦੇ ਆ, ਪ੍ਰੋਪੋਗੰਡਾ ਆ ਇਹ ਕਲਯੁਗ ਦਾ ਕਿ ਅਸੀਂ ਸਾਰੇ ਧਰਮ ਇੱਕ ਕਰ ਦੇਣੇ ਆ। ਸੈਮੀਨਾਰ ਹੋ ਰਹੇ ਆ ਵੱਡੇ ਵੱਡੇ ਸੰਸਾਰ ਦੇ ਉੱਤੇ, ਠੀਕ ਹੈ ਵੀ ਸਾਰੇ ਧਰਮ ਇੱਕ ਆ, ਸਾਰੇ ਧਰਮ ਇੱਕ ਆ। ਇਹ ਛੜਯੰਤਰ ਆ, ਇਹ ਸ਼ੈਤਾਨ ਦੀ ਪੂਜਾ ਕਰਵਾਉਣਗੇ ਜਨਤਾ ਦੇ ਕੋਲੋਂ, ਡਰਾ ਕੇ। ਜਿਹੜੀਆਂ ਬਿਮਾਰੀਆਂ ਚੱਲ ਰਹੀਆਂ ਆ ਇਹ ਵੀ ਇੱਕ ਕੂਟਨੀਤੀ ਆ। ਲੋਕਾਂ ਨੂੰ ਡਰਾ ਕੇ ਕਲਯੁਗ ਦੀ ਪੂਜਾ ਕਰਵਾਈ ਜਾਵੇਗੀ, ਕਲਯੁਗ ਦਾ ਧਰਮ ਮਨਵਾਇਆ ਜਾਵੇਗਾ, ਠੀਕ ਆ। ਉਦੋਂ ਬਾਅਦ ਫਿਰ ਪਰਮੇਸ਼ਵਰ ਆਪਦੀ ਕਲਾ ਵਰਤਾਵੇਗਾ, ਮਹਾਂਕਾਲ ਆਪਦੀ ਕਲਾ ਵਰਤਾਵੇਗਾ। ਔਰ ਭੀ ਉੱਠ ਸੀ ਮਰਦ ਕਾ ਚੇਲਾ, ਇੱਕ ਅਕਾਲ ਪੁਰਖ ਦਾ ਚੇਲਾ ਜਿਹਦੇ ਤੇ ਉਹ ਕਿਰਪਾ ਕਰੇਗਾ, ਉਹਨੂੰ ਦਰਗਾਹੋਂ ਭੇਜੇਗਾ, ਸ਼ਹੀਦਾਂ ਸਿੰਘਾਂ ਦੀ ਫੌਜ ਨੂੰ। ਉਹ ਆ ਕੇ ਪੰਥ ਪ੍ਰਚਰ ਕਰਵੇ। ਕੋਈ ਸਾਜਾ ਵਾਲੀ ਖੇਡ, ਕੋਈ ਉੱਠੇਗਾ ਧਰਮ ਦਾ ਨਿਸ਼ਾਨ ਲੈ ਕੇ, ਸੱਚ ਦਾ ਨਿਸ਼ਾਨ ਲੈ ਕੇ। ਇਹ ਖਤਮ ਨਹੀਂ ਹੋ ਸਕਦੀ ਖੇਡ ਕਦੇ ਵੀ, ਠੀਕ ਹੈ ਜੀ। ਪਰ ਸੱਚ ਜਿਹੜਾ ਸੀਗਾ ਉਹ ਆਪਾਂ ਜ਼ਰੂਰ ਰੱਖਣਾ ਸੀਗਾ ਸਾਰਿਆਂ ਦੇ ਉੱਤੇ। ਕੋਈ ਐਸੀ ਇਹ ਕਲਾ ਸ਼ਹੀਦਾਂ ਦੀ ਵਰਤੀ ਆ ਬਈ ਆਪਾਂ ਬਲੀ ਦੇ ਬੱਕਰੇ ਬਣ ਗਏ ਆ। ਤੇ ਕੋਈ ਪ੍ਰਕਾਰ ਕਿਸੇ ਪ੍ਰਕਾਰ ਦਾ ਵੀ ਸਿੰਘ ਮੈਸੇਜਾਂ 'ਚ ਕਹੀ ਜਾਂਦੇ ਵੀ ਤੂੰ ਡਰਨ ਡੁਰਨ ਵਾਲੀ ਕੋਈ ਗੱਲਬਾਤ ਨਹੀਂ। ਜੇ ਡਰਨਾ ਹੀ ਹੁੰਦਾ, ਇਹ ਤਾਂ ਹੁਕਮ ਦਾ ਖੇਡ ਆ। ਹੁਕਮ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਉਹਦਾ ਆਨੰਦ ਲਓ, ਸਮਝ ਆਉਂਦੀ ਆ ਤਾਂ ਸਮਝੋ। ਨਵੀਂ ਫੌਜ ਖਾਸ ਕਰਕੇ ਮਾਇਆ ਦੇ ਜੰਜਾਲ ਤੋਂ ਨਿਕਲ ਕੇ ਆਪਦਾ ਤਿਆਰ ਬਰ ਤਿਆਰ ਛਤਰੀ ਪਹਿਰਾ ਕਰਨਾ ਚਾਹੀਦਾ। ਹੁਣ ਸਾਨੂੰ ਸਾਰਿਆਂ ਨੂੰ ਹੀ ਛਤਰੀ ਮਰਿਆਦਾ ਦੇ ਉੱਤੇ ਪੂਰਾ ਤਿਆਰ ਬਰ ਤਿਆਰ, ਸ਼ਸਤਰਾਂ ਵਸਤਰਾਂ ਦੀ ਖੇਡ, ਘਰੋਂ ਘਰ ਭੱਠੀਆਂ ਲਾ ਕੇ ਸ਼ਸਤਰ ਵਸਤਰ ਪ੍ਰਗਟ ਕਰਕੇ, ਘੋੜੇ ਤਿਆਰ ਬਰ ਤਿਆਰ ਕਰਕੇ ਆਪ ਦੀ ਸੈਨਾ ਪੂਰੀ ਤਿਆਰ ਬਰ ਤਿਆਰ ਰੱਖਣੀ ਚਾਹੀਦੀ ਆ। ਸ਼ਹੀਦ ਸਿੰਘ ਕਿਰਪਾ ਕਰਨਗੇ, ਆਪੇ ਹੀ ਪਹਿਰਾ ਕਰਵਾ ਲੈਣਗੇ, ਠੀਕ ਆ। ਬਾਕੀ ਇਹ ਜਿਤਨੇ ਵੀ ਇਹ ਬਾਬੇ ਬਹਾਦਰ ਸਿੰਘ ਸਾਹਿਬ ਤੋਂ ਬਾਅਦ ਬਾਬੇ ਬਹਾਦਰ ਸਿੰਘ ਸਾਹਿਬ ਜੀ ਦਾ ਜਾਂ ਇਹ ਵੱਧ ਚੜ ਕੇ ਜਿਹੜਾ ਕਿੱਸਾ ਸੁਣਾਇਆ ਗਿਆ, ਇਹ ਖਾਸ ਕਰ ਨਵਿਆਂ ਨੌਜਵਾਨਾਂ ਵਾਸਤੇ ਆ, ਨਵੀਂ ਫੌਜ ਵਾਸਤੇ ਆ। ਬਈ ਇਹਦੇ ਵਿੱਚੋਂ ਤੱਤ ਕੱਢ ਲਓ, ਤੱਤ ਕੀ ਮਿਲਦਾ ਆ। ਇਹ ਨਾ ਦੇਖੋ ਵੀ ਇਹ ਜਿਹੜਾ ਇਹ ਸਤਨਾਮ ਸਿੰਘ ਆ ਜਾਂ ਹਨੀ ਆ, ਇਹ ਗਾਲਾਂ ਕੱਢੀ ਜਾਂਦਾ, ਇਹ ਕਰੀ ਜਾਂਦਾ। ਇਹਦੇ ਵਿੱਚੋਂ ਤੱਤ ਫੜ ਲਓ ਜੇ ਫੜ ਸਕਦੇ ਆ। ਜੇ ਸੱਚ ਦਾ ਤੱਤ ਤੁਹਾਡੇ ਪੱਲੇ ਪੈ ਜਾਵੇ, ਵੀ ਜਿਹੜਾ ਸੱਚ ਦਾ ਨਿਸ਼ਾਨ ਲੈ ਕੇ ਉੱਠੇਗਾ, ਨਾ ਤਾਂ ਉਹਨੂੰ ਕੋਈ ਦਬਾ ਸਕਦਾ ਆ, ਨਾ ਉਹਨੂੰ ਕੋਈ ਕਾਬੂ ਕਰ ਸਕਦਾ ਹੈ, ਕਿਉਂਕਿ ਉਹਦੇ ਸਿਰ ਦੇ ਉੱਤੇ ਇੱਕ ਮਹਾਂਕਾਲ ਕੂਕ ਰਿਹਾ ਹਰ ਸਮੇਂ, ਠੀਕ ਹੈ। ਜਿਹੜੇ ਝੂਠ ਦਾ ਨਿਸ਼ਾਨ ਲੈ ਕੇ ਉੱਠਣਗੇ, ਉਹਨਾਂ ਦੇ ਸਿਰ ਦੇ ਉੱਤੇ ਕਾਲ ਕੂਕਦਾ, ਉਹਨਾਂ ਨੂੰ ਡਰ ਹੈ ਮੌਤ ਦਾ। ਜਿਹੜੇ ਸੱਚ ਤੇ ਉੱਠਣਗੇ, ਉਹ ਜੰਮਣ ਮਰਨ ਤੋਂ ਬਾਹਰ ਦੀਆਂ ਖੇਡਾਂ ਆ। ਸੱਚ ਫੜ ਲਓ, ਸੱਚ। ਇਹ ਕਿੰਨੇ ਸੀ ਬਾਬੇ ਬਹਾਦਰ ਸਿੰਘ ਨੂੰ ਦਬਾਉਣ ਵਾਲੇ, ਪਰ ਉਹਨੂੰ ਦਬਾ ਨਹੀਂ ਸਕਿਆ ਕੋਈ ਵੀ, ਕਿਉਂਕਿ ਉਸ ਮਰਦ ਦੇ ਪੱਲੇ ਸੱਚ ਸੀ, ਸੱਚ ਲੈ ਕੇ ਖੜਾ ਸੀ ਉਹ, ਠੀਕ ਆ। ਉਹਦੇ ਜਾਣ ਤੋਂ ਬਾਅਦ ਵੀ ਉਹਦੀਆਂ ਵਡਿਆਈਆਂ ਆ। ਇਹਨਾਂ ਦੇ ਜੰਮਦਿਆਂ ਦੇ ਵੀ ਦੁਰਲਾਹਣਤਾਂ ਆ, ਸੰਸਾਰ ਦੁਰਲਾਹਣਤਾਂ ਪਾ ਰਿਹਾ ਹੈ ਇਹਨਾਂ ਦੇ ਜੰਮਦਿਆਂ ਵੀ। ਇਹ ਜਿਉਂਦੇ ਫਿਰਦੇ ਆ, ਫਿਰ ਵੀ ਇਹ ਮਰੇ ਹੋਏ ਲੋਕ ਆ। ਭਾਵੇਂ ਛਾਉਣੀਆਂ ਦੇ ਵਿੱਚ ਬੈਠੇ ਆ, ਲੱਖਾਂ ਕਰੋੜਾਂ ਰੁਪਈਆ ਖਾ ਰਹੇ ਆ, ਮਹਿੰਗੀਆਂ ਗੱਡੀਆਂ 'ਚ ਘੁੰਮ ਰਹੇ ਆ। ਇਹਨਾਂ ਦਾ ਨਾਸ ਹੋ ਜਾਣਾ। ਇਹ ਮਲੇਛਾਂ ਦੀ ਸਫਾ ਲੱਗੀ ਹੋਈ ਹੈ। ਪਰਮੇਸ਼ਵਰ ਨੇ ਇਹਨਾਂ ਦੀਆਂ ਜੜ੍ਹਾਂ ਨੂੰ ਹੱਥ ਪਾ ਲਿਆ ਹੁਣ, ਠੀਕ ਹੈ।
ਇਹ ਜਿਹੜਾ ਕਲਯੁਗ ਦੀ ਖੇਡ ਜਿਹੜੀ ਆ ਇਹ 2030 ਦੇ ਵਿੱਚ ਆਪ ਦਾ ਧਰਮ ਸਥਾਪਨ ਕਰਨ ਜਾ ਰਿਹਾ ਕਲਯੁਗ। ਠੀਕ ਆ, ਜੇ ਖਾਲਸੇ ਵਾਲੀ ਖੇਡ ਦੇ ਉੱਤੇ ਆਉਣਾ, ਖਾਲਸੇ ਵਾਲੀ ਗੱਲ ਦੇ ਉੱਤੇ ਆਉਣਾ, ਖਾਲਸੇ ਵਾਲੀ ਜਿਹੜੀ ਗੱਲਬਾਤ ਹੈ ਤੇ ਸਾਰੇ ਸੰਸਾਰ ਦਾ ਸਿਸਟਮ ਸਮਝਣਾ ਪਵੇਗਾ ਵੀ ਸੰਸਾਰ ਦੇ ਵਿੱਚ ਚੱਲਦਾ ਕੀ ਆ, ਅਸੀਂ ਕਿੱਥੇ ਆ, ਕੀ ਕਰ ਰਹੇ ਆ, ਕਿਉਂ ਹੋ ਰਿਹਾ ਹੈ, ਕੀ ਖੇਡ ਰਚਾਈ ਹੋਈ ਹੈ ਪਰਮੇਸ਼ਵਰ ਦੀ। ਠੀਕ ਹੈ ਜੀ, ਇਹ ਗੱਲਬਾਤ ਦੇ ਉੱਤੇ ਖੜੋ ਕੇ ਇੱਕ ਪਾਸਾ ਕਰਨਾ ਪਊਗਾ ਵੀ ਜਾਂ ਕਲਯੁਗੀ ਹੋ ਜਾਈਏ ਜਾਂ ਗੁਰੂ ਨਾਨਕ ਵਾਲੇ ਹੋ ਜਾਈਏ। ਗੁਰੂ ਨਾਨਕ ਦੇ ਕੋਲੇ ਸੱਚ ਹੈ, ਕਲਯੁਗ ਦੇ ਕੋਲ ਛਲਵਾਲ ਹੈ, ਕਲਯੁਗ ਦੇ ਹਿੱਸੇ ਮਾਇਆ ਖੜੀ ਹੈ। ਠੀਕ ਹੈ ਜੀ, ਇਹ ਪਹਿਲੀ ਖੇਡ ਹੁਣ ਇਹ ਪਾਉਣ ਲੱਗੇ ਆ ਵੀ 2030 ਚ ਆਪਦਾ ਝੰਡਾ ਚੱਕਣਗੇ, ਇਹ ਇੱਕੋ ਹੀ ਧਰਮ ਦਾ ਆਪਣੇ ਇੱਕ ਸ਼ੈਤਾਨ ਦੀ ਪੂਜਾ ਕਰਵਾਉਣਗੇ। ਉਦੋਂ ਬਾਅਦ ਜਿਹੜੇ ਉੱਠਣਗੇ ਉਹ 4 ਵਰਨ ਇੱਕ ਵਰਨ ਕਰਾਉਣ ਵਾਲੀ ਖੇਡ ਪਰਮੇਸ਼ਵਰ ਵੀ ਪਾਵੇਗਾ। ਮਾਇਆ ਚਤਰਾਈਆਂ ਕਰਦੀ ਆ, ਮਾਇਆ ਪਹਿਲਾਂ ਖੇਡਾਂ ਖੇਡਦੀ ਆ, ਜਵਾਬ ਪਰਮੇਸ਼ਵਰ ਬਾਅਦ ਵਿੱਚ ਦਿੰਦਾ ਹੈ ਥੋੜੇ ਸਮੇਂ ਬਾਅਦ। ਇੱਕ ਹੋਰ ਬਚਨ, ਜਿਹੜੀ ਫੌਜ ਕਹਿੰਦੀ ਆ ਵੀ ਤੂੰ ਡਰਨਾ ਡਰਨਾ ਡਰਨਾ, ਸਾਨੂੰ ਸ਼ਹੀਦਾਂ ਨੇ ਡਰਨਾ ਨਹੀਂ ਸਿਖਾਇਆ, ਸਾਨੂੰ ਹੁਕਮ 'ਚ ਰਹਿਣਾ ਸਿਖਾਇਆ। ਸ਼ਹੀਦ ਪਾਤਸ਼ਾਹ ਅਕਾਲੀ ਬਾਬਾ ਬਹਾਦਰ ਸਿੰਘ ਸਾਹਿਬ ਜੀ ਜਿਹੜੇ ਸਾਡੇ 15ਵੇਂ ਜਥੇਦਾਰ ਬੁੱਢੇ ਦਲ ਦੇ, ਠੀਕ ਆ, ਸਾਡੀ ਖੇਡ ਦੇ ਮਾਲਕ ਜਿਹੜੇ, ਉਹਨਾਂ ਨੇ ਇੱਕੋ ਹੀ ਗੱਲਬਾਤ ਸਿਖਾਈ ਹੈ, ਜਿੰਨਾ ਚਿਰ ਜੋ ਕਰਨਾ ਚਾਹੁੰਦੇ ਹੋ ਨਹੀਂ ਹੋ ਰਿਹਾ, ਸਬਰ ਕਰੋ। ਠੀਕ ਆ, ਸਿੰਘ ਦਾ ਪਹਿਲੀ ਖੇਡ ਦਾ ਮਾਲਕ ਸਿੰਘ ਹੋਵੇ ਵੀ ਸਬਰ ਕਰੋ, ਜੋ ਕਰਨਾ ਚਾਹੁੰਦੇ ਆ ਉਹ ਨਹੀਂ ਹੋਇਆ ਉਹਦਾ ਸਬਰ ਕਰੋ, ਜੋ ਹੋ ਗਿਆ ਆ ਉਹਦਾ ਸ਼ੁਕਰ ਕਰੋ। ਜਿੱਥੇ ਸ਼ੁਕਰ ਆ ਜਾਂਦਾ ਹੈ ਉੱਥੇ ਪਛਤਾਵੇ ਨਹੀਂ ਰਹਿੰਦੇ ਕਿਸੇ ਵੀ ਗੱਲ ਦੇ। ਠੀਕ ਆ, ਜੋ ਹੋ ਗਿਆ, ਜਿੱਥੇ ਜਿੱਥੇ ਆਪਾਂ ਗਾਲਾਂ ਕੱਢ ਦਿੱਤੀਆਂ, ਜੋ ਕੁਝ ਵੀ ਹੋ ਗਿਆ ਉਹਦਾ ਪਰਮੇਸ਼ਵਰ ਦਾ ਸ਼ੁਕਰ ਕਰਦੇ ਆ ਵੀ ਤੂੰ ਆ ਖੇਡ ਬਖਸ਼ ਦਿੱਤੀ ਆ, ਐਦਾਂ ਦੀ ਖੇਡ ਵਰਤ ਗਈ ਆ। ਅਜੇ ਜੋ ਕਰਨਾ ਬਾਕੀ ਆ ਉਹਦੇ ਉੱਤੇ ਸਬਰ ਕਰਕੇ ਬੈਠੇ ਆ ਵੀ ਜਿੱਦਣ ਫੇਰ ਉਹਨੇ ਝੰਡਾ ਚੱਕ ਦਿੱਤਾ ਫੇਰ ਵੀ ਕੁਝ ਕਰਵਾਵੇਗਾ ਤਾਂ ਕਰਾਂਗੇ ਜ਼ਰੂਰ। ਬਾਕੀ ਤਿਆਰ ਬਰ ਤਿਆਰ ਰਹੋ। ਇਹ ਮਲੇਛਾਂ ਦੀ ਸਫਾ ਔਰ ਆ ਜਿਹੜਾ 78 ਸਨ ਚੜ ਰਿਹਾ ਸੰਸਾਰ ਤੇ, ਇਹ ਤਾਂ ਬਹੁਤ ਅਤ ਦੁਖਦਾਈ ਕਸ਼ਟਦਾਇਕ ਹੋਵੇਗਾ। ਛਤਰੀ ਪੈਰੇ ਦੇ ਵਿੱਚ ਆ ਜਾਈਏ ਸਾਰੀ ਫੌਜ, ਸਰਬਲੋ ਮਹਾਰਾਜ ਦੀ ਮਰਿਆਦਾ ਨੂੰ ਲਾਗੂ ਕਰ ਦਈਏ, ਘਰ ਘਰ ਧਰਮਸਾਲ ਹੋਏਗੀ। ਗੁਰੂ ਘਰ ਬੰਦ ਹੋ ਗਏ ਆ, ਹੋ ਸਕਦਾ ਇਹ ਐਡਾ ਕਲੂਕਾਲ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਗੁਪਤ ਹੋ ਜਾਣ। ਆਪਦੇ ਘਰ 'ਚ ਸਰਬਲੋ ਮਹਾਰਾਜ ਦਾ ਕਾਨੂੰਨ ਲਾਗੂ ਕੀਤਾ ਜਾਵੇ, ਸਰਬਲੋ ਮਹਾਰਾਜ ਦੀ ਮਰਿਆਦਾ ਜਿਹੜੀ ਆ ਉਹ ਗੱਲਬਾਤ ਤੇ ਪਹਿਰਾ ਦੇਣਾ ਚਾਹੀਦਾ। ਸ਼ਸਤਰਾਂ ਵਸਤਰਾਂ ਦੇ ਵਿੱਚ ਛਤਰੀ ਮਰਿਆਦਾ ਦੇ ਵਿੱਚ ਤਿਆਰ ਬਰ ਤਿਆਰ ਰਹਿਣਾ ਪਵੇਗਾ। ਠੀਕ ਹੈ ਜੀ, ਇਹ ਜ਼ਰੂਰੀ ਬਚਨ ਸੀਗੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਪਚੰਗੀ ਦੇ ਪ੍ਰਤੀ ਵੀ ਜਿਹੜਾ ਇਹ ਮਾਨ ਸਿੰਘ ਨੇ ਬਣਾਇਆ ਹੋਇਆ ਅੱਗੇ ਜਿਹੜਾ ਇਹ ਮਾਂ ਕਾਲਜ ਨੂੰ ਫਰਲਾ ਦੇ ਦਿੱਤਾ 2 ਸਾਲ ਪਹਿਲਾਂ, ਇਹ ਕੋਈ 2 ਸਾਲ ਪਹਿਲਾਂ ਹੀ ਇਹ ਪ੍ਰਗਟ ਹੋਇਆ। ਇਹ ਨੌਜਵਾਨ ਕਹਿੰਦਾ ਹੈ ਵੀ ਮੈਂ ਬਾਬੇ ਹਿੰਮਤ ਸਿੰਘ ਦੀ 5 ਪਿਆਰਿਆਂ ਚੋਂ ਉਹਦੀ ਕੁੱਲ ਦੇ ਵਿੱਚੋਂ ਆ, ਸਾਰਾ ਖਾਲਸਾ ਹੀ ਕਾਕਾ, ਸਾਰਾ ਖਾਲਸਾ ਹੀ ਸਰਬਲੋ ਬੰਚੀ ਆ, ਅਸੀਂ ਸਾਰੇ ਹੀ ਸਰਬਲੋ ਦੀ ਕੁੱਲ ਦੇ ਵਿੱਚੋਂ ਆ। ਆਦ ਜਗਾਦੀ ਦੁਸ਼ਟ ਦਮਨ ਵਾਲੀ ਖੇਡ ਆ, ਕੋਈ ਚੱਕਰ ਨਹੀਂ। ਪਰ ਜੇ ਤੂੰ ਬਾਲਾ ਬੁੱਢੇ ਦਲ ਦਾ ਪਿਓ ਬਣਦਾ ਵੀ ਜੇ ਜਿਉਂਦੇ ਰਹਿ ਗਏ ਆਪਾਂ, ਜਿਹੜੀ ਆ ਝੱਲ ਪਈ ਆ ਇਹਦੇ ਵਿੱਚੋਂ ਨਿਕਲ ਗਏ ਤਾਂ ਅੱਗੇ ਜਾ ਕੇ ਕਿਤੇ ਟੱਕਰਾਂਗੇ ਜ਼ਰੂਰ, ਐਡੀ ਕੋਈ ਗੱਲਬਾਤ ਨਹੀਂ ਹੈ। ਇਹ ਬਾਬੇ ਹੈਪੀ ਦੇ ਪ੍ਰਤੀ ਪੂਰਾ ਦੋਸ਼ੀ ਆ। ਇਹ ਪਹਿਲਾਂ ਉਹਨੂੰ ਗੱਲਾਂ ਬਾਤਾਂ 'ਚ ਲੈ ਕੇ ਨੇ ਇਹ ਗੱਲਾਂ ਬਾਤਾਂ ਕੀਤੀਆਂ ਵੀ ਮੈਨੂੰ ਰਿਵਾਲਵਰ ਦੇ ਲੈ ਕੇ ਮੈਂ ਚਾਣਕੀਏ ਦੇ ਗੋਲੀਆਂ ਮੈਂ ਮਾਰੂੰਗਾ। ਬਾਬੇ ਨੇ ਇਹਨੂੰ 2 ਰਿਵਾਲਵਰ ਵੀ ਦਿੱਤੇ, 25,000 30,000 ਰੁਪਈਆ ਵੀ ਇਹਨੂੰ ਦਿੱਤਾ। ਉਦੋਂ ਬਾਅਦ ਜਿਹੜਾ ਬਾਬਾ ਰਾਮਗੜੀਆ ਆ, ਇਹਨੇ ਵਡਿਆਈ ਬਾਬੇ ਬਹਾਦਰ ਸਿੰਘ ਦਾ ਨਾਮ ਇੱਕ ਪੌਡਾ ਬਣਾਇਆ ਵੀ ਮੈਂ ਇਹ ਤੇ ਪੈਰ ਰੱਖ ਕੇ ਉੱਤੇ ਚੜ ਜਾਵਾਂ। ਜੇ ਬਾਬੇ ਦਾ ਐਡਾ ਦਰਦ ਹੁੰਦਾ ਤਾਂ ਬਾਬੇ ਦੇ ਪ੍ਰਤੀ ਪਿੱਛੇ ਖੰਡਾ ਚੱਕਦਾ, ਇਹਨਾਂ ਨਾਲ ਮੱਥਾ ਲਾਉਂਦਾ, ਭਾਵੇਂ ਕੋਈ ਪ੍ਰੇਮ ਸਿੰਘ ਸੀ, ਭਾਵੇਂ ਸ਼ੇਰ ਸਿੰਘ ਸੀ, ਭਾਵੇਂ ਮਾਨ ਸਿੰਘ ਸੀ। ਪਰ ਇਹਨੇ ਇਹ ਖੇਡ ਦੇਖੀ ਵੀ ਮੈਂ ਨੌਜਵਾਨਾਂ ਦੇ ਵਿੱਚ ਵੀ ਗੱਲਬਾਤ ਪੂਰੀ ਰੱਖੂੰਗਾ, ਤਹਿਲਕਾ ਰੱਖੂੰਗਾ, ਤੇ ਪ੍ਰੇਮ ਸਿੰਘ ਤੋਂ, ਗਿਆਨੀ ਸ਼ੇਰ ਸਿੰਘ ਗੋਹ ਵਾਲੇ ਤੋਂ ਤੇ ਮਾਨ ਸਿੰਘ ਤੋਂ ਮੈਂ ਚਿੱਠੀਆਂ ਲੈ ਕੇ ਆਪਦਾ ਦਲ ਵੀ ਤੋਰੂੰਗਾ, ਸਾਰੀ ਗੱਲਬਾਤ ਕਰੂੰਗਾ। ਅੱਜ ਇਹ ਬੁੱਢਾ ਦਲ ਵੀ ਕਰਦਾ ਫਿਰਦਾ, ਪਰ ਕੋਈ ਬੁੱਢਾ ਦਲ ਨਹੀਂ। ਬੁੱਢਾ ਦਲ ਇੱਕੋ ਹੀ ਹੈ ਜਿਹੜਾ ਵਿਵੇਕ ਮਤ ਨੂੰ ਧਾਰ ਕੇ ਸੱਚ ਦਾ ਪਹਿਰਾ ਕਰੂਗਾ, ਉਹੀ ਬੁੱਢਾ ਦਲ। ਔਰ ਬੁੱਢਾ ਦਲ ਉੱਠੇਗਾ ਵੀ ਉਦੋਂ ਜਦੋਂ ਪਰਮੇਸ਼ਵਰ ਹੁਣ ਕਿਰਪਾ ਕਰੇਗਾ, ਜਦੋਂ ਨਵੇੜਾ ਹੋਵੇਗਾ ਖੇਡ ਦਾ। ਹੁਣ ਜਿਤਨੇ ਵੀ ਆ ਸਭ ਜਾਂ ਤਾਂ ਸਾਰਿਆਂ ਦੇ ਵਿੱਚੋਂ ਸੱਚ ਨਰੋਲ ਕਰਕੇ ਮਹਾਰਾਜ ਨੇ ਇਕੱਠਾ ਕਰ ਦੇਣਾ, ਨਹੀਂ ਸਾਰੀ ਖੇਡ ਖਤਮ ਕਰਕੇ ਮਹਾਰਾਜ ਨਵੇਂ ਸਿਰੇ ਤੋਂ ਸਿਰ ਜੂਗਾ। ਠੀਕ ਹੈ ਜੀ, ਇਹ ਕੋਈ ਅਤ ਕਥਨ ਨਹੀਂ ਹੈ, ਇਹ ਪਰਮੇਸ਼ਵਰ ਦਾ ਪੰਥ ਹੈ ਤੇ ਪਰਮੇਸ਼ਵਰ ਇਹਨੂੰ ਚਲਾਉਂਦਾ ਆ। ਪਰਮੇਸ਼ਵਰ ਆਪ ਖੇਡ ਖੇਡੇਗਾ, ਸਾਰੀ ਗੱਲਬਾਤ ਕਰੇਗਾ। ਸੰਸਾਰ ਦੇ ਉੱਤੇ ਬਹੁਤ ਪਹਿਲਾਂ ਦੀ ਝੱਲ ਪਈ ਹੋਈ ਹੈ, ਮਲੇਛਾਂ ਦੀ ਸਫਾ ਲੱਗੀ ਹੋਈ ਆ। ਭਾਵੇਂ ਸ਼੍ਰੋਮਣੀਆਂ ਕਮੇਟੀਆਂ ਜਾਂ ਕੋਈ ਹੋਰ ਜਿਨੀ ਪੰਥ ਨਾਲ ਆਡਾ ਲਿਆ,
ਇਹ ਸਾਰੇ ਹੀ ਮਾਰੇ ਜਾਣਗੇ। ਜਿਹੜੇ ਨੀਲੇ ਬਾਣੇ ਵਾਲੇ ਵੀ ਸੱਚ ਤੇ ਪਹਿਰਾ ਨਹੀਂ ਦਿੰਦੇ, ਉਹ ਪਹਿਲਾਂ ਰਗੜੇ ਜਾਣਗੇ ਸਭ ਤੋਂ ਪਹਿਲਾਂ। ਭਾਵੇਂ ਕੋਈ ਵੀ ਹੋਵੇ, ਭਾਵੇਂ ਬਾਬਾ ਬਲਵੀਰ ਸਿੰਘ ਵੀ ਆ, ਉਹਨੇ ਪਰਮੇਸ਼ਵਰ ਤੋਂ ਕੋਈ 1000 2000 5 10,000 ਸਾਲ ਦਾ ਪਟਾ ਨਹੀਂ ਲਿਖਾਇਆ ਹੋਇਆ। ਠੀਕ ਆ, ਇਹ ਕਲਯੁਗ ਆ। ਕਲਯੁਗ ਦੇ ਵਿੱਚ ਵੱਧ ਤੋਂ ਵੱਧ 100 ਸਾਲ ਦੀ ਉਮਰ ਆ ਸਾਰਿਆਂ ਦੀ, ਪਰ ਕਲਯੁਗ ਉਹ ਵੀ ਨਿਚੋੜ ਕੇ 20 30 40 ਸਾਲ ਦੇ ਉੱਤੇ ਕਲਯੁਗ ਨੇ ਲੈ ਆਂਦੀ ਆ ਹੁਣ। ਠੀਕ ਆ, ਸਭ ਫੁੜਕਦੇ ਜਾ ਰਹੇ ਆ, ਬੈਠ ਕਿਸੇ ਨੇ ਵੀ ਨਹੀਂ ਰਹਿਣਾ। ਜਿਹੜਾ ਸੱਚ ਤੇ ਪਹਿਰਾ ਕਰੇਗਾ ਉਹਦੀ ਪਰਮੇਸ਼ਵਰ ਭਲਾ ਕਰੇਗਾ, ਉਹਦੀ ਮੁਕਤੀ ਆ। ਔਰ ਖਾਲਸੇ ਨਾਲ ਤਾਂ ਬਚਨ ਗੁਰੂ ਕਲਗੀਧਰ ਮਹਾਰਾਜ ਦਾ ਇਹ ਹੈ ਵੀ ਉਹਨਾਂ ਚਿਰ ਸਾਨੂੰ ਮੁਕਤੀ ਵੀ ਨਹੀਂ ਚਾਹੀਦੀ ਜਿੰਨਾ ਚਿਰ ਉਹਦੇ ਅਸਤਲੋ ਸਮੁੰਦਰੰ ਪ੍ਰਿਅੰਤੰ ਸੱਚ ਦਾ ਰਾਜ ਨਹੀਂ ਕਾਇਮ ਹੋ ਜਾਂਦਾ। ਜਿੰਨਾ ਚਿਰ ਸੱਚ ਦੀ ਗੱਲ ਪੂਰੀ ਸ੍ਰਿਸ਼ਟੀ ਤੇ ਖੰਡਾਂ ਬ੍ਰਹਿਮੰਡਾਂ 'ਚ ਸੱਚ ਦਾ ਝੰਡਾ ਨਹੀਂ ਜਿੰਨਾ ਚਿਰ ਚਲਾ ਦਿੱਤਾ ਜਾਂਦਾ, ਉਹਨਾਂ ਚਿਰ ਕਿਸੇ ਖਾਲਸੇ ਨੂੰ ਮੁਕਤੀ ਨਹੀਂ ਚਾਹੀਦੀ। ਇਹ ਐਦਾਂ ਹੀ ਖੇਡ ਰਹੂਗੀ ਵੀ ਪ੍ਰਗਟ ਹੋਣਗੇ, ਗੁਪਤ ਹੋਣਗੇ, ਪ੍ਰਗਟ ਹੋਣਗੇ, ਬਾਰ-ਬਾਰ ਗੁਪਤ ਹੋਣਗੇ, ਬਾਰ-ਬਾਰ ਆਉਣਗੇ। ਸੋ ਮਰਨ ਮੁਰਨ ਦੀਆਂ ਜਿਹੜੀਆਂ ਇਹ ਗੱਲਾਂ ਬਾਤਾਂ ਇਹ ਦਿਮਾਗ ਚੋਂ ਕੂੜ ਕੱਢ ਦੇਣਾ ਚਾਹੀਦਾ ਵੀ ਜੇ ਮਰ ਗਏ ਤਾਂ ਪਤਾ ਨਹੀਂ ਕੀ ਖੜ ਜਾਊ ਸੰਸਾਰ ਦੇ ਉੱਤੇ। ਇੱਥੇ ਸਭ ਆਉਂਦੇ ਆ, ਸਭ ਨੇ ਜਾਣਾ, ਸਭ ਨੇ ਮਰਨਾ, ਪਰ ਸੱਚ ਵਡਿਆਈ ਤੋਂ ਵੱਡਾ ਸੱਚ ਆ। ਵਡਿਆਈ ਆਪਣੇ ਨਾਲ ਜੁੜੀ ਹੋਈ ਹੈ ਕਿ ਮੈਨੂੰ ਵਡਿਆਈ ਚਾਹੀਦੀ ਹੈ। ਸੱਚ ਪਰਮੇਸ਼ਵਰ ਦੇ ਨਾਲ ਜੁੜਿਆ ਹੋਇਆ, ਉਹ ਪਰਮੇਸ਼ਵਰ ਦੀ ਨਿਰੰਕਾਰ ਦੀ ਖੇਡ ਤੇ ਚੱਲਣਾ ਚਾਹੀਦਾ। ਸਾਰੀ ਬਾਣੀ ਆਦ ਦਸਮ ਸਰਬਲੋ ਇਹੀ ਕਹਿ ਰਹੀ ਆ ਬਈ ਸੱਚ। ਅੱਜ ਬਥੇਰੇ ਵਿਦਵਾਨ ਬਥੇਰੇ ਆ ਪੰਥ ਦੇ ਵਿੱਚ, ਵਿਦਿਆਲੇ ਬਹੁਤ ਆ, ਪਰ ਸੱਚ ਬੋਲਣ ਦੀ ਜਾਂ ਸੱਚ ਤੇ ਸਟੈਂਡ ਲੈਣ ਦੀ ਸਿੱਖਿਆ ਕਿਤੇ ਵੀ ਨਹੀਂ ਦਿੱਤੀ ਜਾ ਰਹੀ। ਜਾਂ ਪਹਿਲਾ ਅਸੂਲ ਇਹ ਹੋਣਾ ਚਾਹੀਦਾ ਸੀ ਵੀ ਕਾਕਾ ਸਾਰੀਆਂ ਗੱਲਾਂ ਬਾਤਾਂ ਤੋਂ ਜਿਹੜੇ ਪਰਮੇਸ਼ਵਰ ਨੂੰ ਕਰਦੇ ਫਿਰਦੇ ਹੋ ਪਾਉਣ ਦੀਆਂ ਗੱਲਾਂ ਬਾਤਾਂ ਕਰੀ ਜਾਂਦੇ, ਉਹ ਝੂਠਾ ਨਹੀਂ ਪਰਮੇਸ਼ਵਰ ਵੀ ਜਿਹੜਾ ਝੂਠ ਤੇ ਰੀਝ ਜਾਊਗਾ। ਠੀਕ ਆ, ਉਹ ਸੱਚ ਦੇ ਉੱਤੇ ਉਹਨੇ ਰੀਝਣਾ। ਪਹਿਲਾਂ ਸੱਚ ਬੋਲਣਾ, ਸੱਚ ਮੰਨਣਾ, ਸੱਚ ਸੁਣਨਾ ਤੇ ਸੱਚ ਨੂੰ ਪ੍ਰਚਾਰਨਾ ਸਿੱਖੋ। ਇਹ ਖਾਲਸੇ ਦੀ ਖੇਡ ਆ, ਸੱਚ ਤੇ ਪਹਿਰਾ ਦੇਣਾ। ਠੀਕ ਹੈ ਜੀ, ਆਪ ਦਾ ਆਪਣੀਆਂ ਵਡਿਆਈਆਂ ਵਾਸਤੇ ਸ਼ਾਰਟਕਟ ਲੱਭਣੇ, ਜਾ ਕੇ ਜਿਹੜੇ ਪੰਥ ਦੇ ਕਾਤਲ ਆ ਉਹਨਾਂ ਦੇ ਸ਼ਹੀਦਾਂ ਦੇ ਕਾਤਲਾਂ ਤੋਂ ਵਡਿਆਈਆਂ ਲੈਣੀਆਂ। ਇਹ ਪੰਥ ਦੇ ਵਿਰੋਧੀ ਮੱਤਾਂ ਆ, ਇਹ ਵਡਿਆਈਆਂ ਆ ਆਪ ਦੇ ਨਿੱਜੀ ਜੋੜ ਮੇਲ ਨਾਲ ਜੁੜੀਆਂ ਹੋਈਆਂ। ਬਾਕੀ ਖੇਡ ਇਹ ਆ, ਸਾਰੇ ਹੀ ਇਹ ਗੱਲਾਂ ਬਾਤਾਂ ਕਰਦੇ ਹੋਣਗੇ ਹੁਣ ਬਈ ਬਾਬੇ ਪ੍ਰੇਮ ਸਿੰਘ ਦਾ ਇਦਾਂ, ਇਹਨੇ ਬਾਬੇ ਪ੍ਰੇਮ ਸਿੰਘ ਨੂੰ ਆਹ ਬੋਲਿਆ, ਇਹਨਾਂ ਇਦਾਂ ਹੋ ਜੂ, ਉੱਦਾਂ ਹੋ ਜਾਊ। ਇੱਕੋ ਹੀ ਖੇਡ ਹੁਣ ਜਿਹੜੀ ਸ਼ਹੀਦਾਂ ਨੇ ਆਪਣੇ ਦਿਮਾਗ 'ਚ ਇਹ ਕੱਲ ਆਪਣੀ ਸੁਰਤ 'ਚ ਖੇਡ ਆਈ ਆ। ਠੀਕ ਹੈ ਜੀ, ਬਈ ਆਪਣੀ ਮੌਤ ਤੈਅ ਕਰੇਗੀ ਹੁਣ ਵੀ ਆਪਾਂ ਸੱਚੇ ਆ ਜਾਂ ਝੂਠੇ ਆ। ਠੀਕ ਆ, ਜੇ ਤਾਂ ਯੋਧਿਆਂ ਵਾਲੀ ਮੌਤ ਆਈ, ਚੰਗੀ ਮੌਤ ਆਈ, ਤੇ ਪਰਮੇਸ਼ਵਰ ਤੋਂ ਗੱਲਬਾਤ ਇਹੀ ਹੈ ਵੀ ਫਿਰ ਆਪਾਂ ਸੱਚੇ ਸਾਬਤ ਹੋਵਾਂਗੇ ਸੰਸਾਰ ਤੇ। ਜੇ ਆਪਾਂ ਨੂੰ ਮੌਤ ਆਈ ਕਾਇਰਾਂ ਵਾਲੀ, ਭੱਜਦਿਆਂ ਦੌੜਦਿਆਂ ਲੁਕਦਿਆਂ, ਜਾਂ ਕੋਈ ਹੋਰ ਖੇਡ ਵਰਤ ਗਈ ਕਿਸੇ ਪ੍ਰਕਾਰ ਦੀ, ਫਿਰ ਸਾਰਾ ਸੰਸਾਰ ਮੰਨ ਲਵੇ ਕਿ ਇਹ ਜਿਹੜਾ ਇਨਸਾਨ ਸੀ ਇਹ ਝੂਠਾ ਆ। ਪਰ ਇੱਕ ਅਕਾਲ ਪੁਰਖ ਨੂੰ ਜਾਣ ਦੇਣੀ ਆ, ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਵੀ ਜਿੰਨੇ ਵੀ ਬਚਨ ਕੀਤੇ ਆ ਇੱਕ ਇੱਕ ਬਚਨ ਦੇ ਉੱਤੇ ਖੜਾਂਗੇ। ਜਿੰਨਾ ਚਿਰ ਲੱਤਾਂ 'ਚ ਦਮ ਰਹੂਗਾ, ਲੱਤਾਂ ਚੱਲਣਗੀਆਂ, ਭਾਰ ਸਹਿਣਗੀਆਂ। ਠੀਕ ਆ, ਉਦੋਂ ਬਾਅਦ ਤਾਂ ਫਿਰ ਭੜਾਕਾ ਸਾਰਿਆਂ ਦਾ ਪੈਣਾ ਹੀ ਆ। ਆ ਜਿਹੜੇ ਮੋਦੀ ਨੇ ਜਿਹੜਾ ਸਿਆਪਾ ਪਾਇਆ ਹੋਇਆ ਆ, ਜਾਂ ਇਹ ਕੋਈ ਗੱਲਬਾਤ ਨਹੀਂ ਕਰ ਰਿਹਾ ਕਿਸਾਨਾਂ ਦੇ ਨਾਲ, ਇਹ ਇਸੇ ਕਰਕੇ ਇਹ ਇੰਤਜ਼ਾਰ ਕਰ ਰਹੇ ਆ ਵੀ ਕਦੋਂ ਸਾਡੀ ਖੇਡ ਚੱਲਦੀ ਆ, ਕਦੋਂ ਪਰਮੇਸ਼ਵਰ ਨੇ ਇਹਨਾਂ ਨੂੰ ਹੁਣ 19-20 ਸਾਲ ਦਾ ਸਮਾਂ ਦਿੱਤਾ। ਵੀਰ ਜਨਾਦ ਬੰਸ਼ੀਆਂ ਨੂੰ ਇਹ ਸਭ ਖਤਮ ਕਰ ਦੇਣੇ ਆ, ਦਰੜ ਮਰੜ ਦੇਣੇ ਆ ਸਾਰੇ ਜਿਤਨੇ ਵੀ ਹੋਣਗੇ। ਜਦੋਂ ਉਹ ਫੌਜ ਵੀਰ ਜਨਾਦ ਬੰਸ਼ੀ ਫੌਜ ਉਤਰਨੀ ਆ ਹੁਣ, ਇਹ ਜਿਹੜਾ ਕਾਲ ਦਾ ਸਮਾਂ ਜਿਹੜਾ ਚੱਲ ਰਿਹਾ, ਜਿਹੜਾ ਇਹ ਦੈਂਤਾਂ ਨੂੰ ਸਮਾਂ ਮਿਲਿਆ ਹੁਣ ਖਾਸ ਕਰਕੇ। ਠੀਕ ਹੈ ਜੀ, ਇਹਦੇ ਵਿੱਚ ਉਹਨਾਂ ਨੇ ਰੱਤਾ ਭਰ ਵੀ ਇਹ ਫਰਕ ਨਹੀਂ ਕਰਨਾ ਵੀ ਇਹ ਕੌਣ ਆ ਜਾਂ ਕੀ ਆ, ਸਭ ਰਗੜੇ ਜਾਣਗੇ, ਸਭ ਦਰੜ ਮਰੜ ਦੇਣੇ ਆ। ਠੀਕ ਹੈ ਜੀ, ਬਾਕੀ ਚੜ੍ਹਦੀ ਕਲਾ। ਇਹ ਗੱਲਾਂ ਬਾਤਾਂ ਜ਼ਰੂਰ ਕਰਨੇ ਵਾਲੀਆਂ ਸੀਗੀਆਂ ਬਾਬੇ ਬਹਾਦਰ ਸਿੰਘ ਦੇ ਭਚੰਗੀ ਦੇ ਪ੍ਰਤੀ। ਉਹਦੇ ਮਗਰ ਵੀ ਮੁੜ ਕੇ ਕਿਸੇ ਨੇ ਗੱਲਬਾਤ ਨਹੀਂ ਕੀਤੀ। ਪਹਿਲਾਂ ਜਦੋਂ ਦਲ ਪੰਥ ਚੋਂ ਪ੍ਰੇਮ ਸਿੰਘ ਨੇ ਸਾਨੂੰ ਕੱਢਿਆ, ਉਦੋਂ ਸਾਰਿਆਂ ਨੇ ਕਿਹਾ ਇੱਧਰ ਆ ਜਾਓ, ਉੱਧਰ ਆ ਜਾਓ, ਉੱਧਰ ਆ ਜਾਓ। ਮੁੜ ਕੇ ਸੱਚ ਇਹ ਆ ਵੀ ਮੁੜ ਕੇ ਉਹਦੇ ਨਾਲ ਫਿਰ ਕੋਈ ਵੀ ਨਹੀਂ ਖੜਾ ਰਿਹਾ, ਉਹ ਮਰਦ ਇਕੱਲਾ ਹੀ ਸੀ। ਬੱਕਰੀਆਂ ਚਾਰ ਕੇ ਆਪਦਾ ਸਮਾਂ ਉਹ ਬਤੀਤ ਕਰਦਾ ਰਿਹਾ। ਇੱਕ ਐਡੇ ਬੜੇ ਰਾਜ ਸਾਜ ਦਾ ਮਾਲਕ ਜਾਂ ਐਡੇ ਬੜੇ ਜਥੇਦਾਰ ਦਾ ਪੁੱਤਰ ਭਚੰਗੀ, ਠੀਕ ਆ, ਐਡਾ ਰਾਜ ਸਾਜ ਛੱਡ ਕੇ ਉਹ ਐਡਾ ਫਕੀਰ ਹੋ ਗਿਆ
भी मुड़ के ਉਹਦੀ ਪਹਿਲਾਂ ਸਾਰਿਆਂ ਨੇ ਉਹਨੂੰ ਗਲ ਲਾਇਆ ਵੀ ਆ ਜਾ ਤੂੰ ਆ ਜਾ ਇੱਧਰ ਆ ਜਾ ਉੱਧਰ ਆ ਜਾ ਮੁੜ ਕੇ ਸਾਰਿਆਂ ਨੇ ਉਹਦੀ ਬਾਂਹ ਛੱਡੀ। ਸੱਚਾਈ ਇਹ ਸੀ, ਸੱਚਾਈ ਇਹ ਖੇਡ ਇੱਥੋਂ ਦੇਖੀ ਜਾਂਦੀ ਹੈ। ਸ਼ੁਰੂ ਕਿੱਥੋਂ ਹੁੰਦਾ ਮੋਰਚਾ ਇਹ ਨਹੀਂ ਦੇਖਿਆ ਜਾਂਦਾ, ਭੋਗ ਕਿੱਥੇ ਜਾ ਕੇ ਪੈਣਾ ਖੇਡਾਂ ਦਾ ਉੱਥੇ ਜਾ ਕੇ ਦੇਖਿਆ ਜਾਊਗਾ ਮੋਰਚਾ। ਠੀਕ ਹੈ ਜੀ। ਮੁੜ ਕੇ ਉਹ ਆਪ ਦੇ ਉੱਥੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਘਰੇ ਟੁੱਟਾ ਹੋਇਆ ਘਰ, ਠੀਕ ਆ, ਉਹ ਵੀ ਉਹ ਸਾਰੀ ਫੌਜ ਨੇ ਦੇਖਿਆ ਹੀ ਆ ਵੀਡੀਓ। ਪਹਿਲਾਂ ਵੀ ਉਹ ਘਰ ਦੀਆਂ ਜਾਰੀ ਕੀਤੀਆਂ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਘਰ ਦੀਆਂ, ਕੱਚਾ ਮਕਾਨ ਟੁੱਟਾ ਹੋਇਆ ਜਮਾਂ ਹੀ। ਉੱਥੇ ਉਹਨੇ ਫਿਰ ਬਾਬੇ ਹੈਪੀ ਨੇ ਜਾ ਕੇ ਮੋਰਚਾ ਲਾਇਆ। ਕਿਸੇ ਵੀ ਜਥੇਦਾਰ ਨੇ ਕਿਸੇ ਨੇ ਵੀ ਉਹਦੀ ਬਾਂਹ ਨਹੀਂ ਫੜੀ। ਉਹਨੇ ਆਪਦੀਆਂ 5 7 10 ਬੱਕਰੀਆਂ ਰੱਖੀਆਂ ਹੋਈਆਂ ਸੀ, ਬੱਕਰੀਆਂ ਚਾਰਦਾ ਫਿਰਦਾ ਹੁੰਦਾ ਸੀ। ਉਹ ਐਡੇ ਬੜੇ ਜਥੇਦਾਰ ਦਾ ਪੁੱਤਰ, ਠੀਕ ਆ। ਜੇ ਐਡੇ ਬੜੇ ਸ਼ਹੀਦ ਇਸ ਸੰਸਾਰ ਤੋਂ ਫਤਿਹ ਗਜਾ ਗਏ, ਆਪਾਂ ਤਾਂ ਆਪਣੇ ਆਪ ਨੂੰ ਸਮਝਦੇ ਕੱਖ ਨਹੀਂ ਵੀ ਅਸੀਂ ਤਾਂ ਉਹੀ ਲਗੌੜ ਤੁਰੀ ਫਿਰਦੀਆਂ ਇੱਥੇ। ਜੇ ਰਗੜੇ ਜਾਵਾਂਗੇ ਕਾਲ ਦੀਆਂ ਦਾੜਾਂ 'ਚ ਤਾਂ ਕੋਈ ਘਟਣ ਨਹੀਂ ਲੱਗਾ ਸੰਸਾਰ ਦਾ ਕੱਖ ਵੀ, ਜਾਂ ਸਾਡੀ ਇਹਦੇ ਵਿੱਚ ਕੋਈ ਦੂਜੀ ਪ੍ਰਕਾਰ ਕੋਈ ਘਾਟਾ ਨਹੀਂ ਹੈ ਕਿਸੇ ਵੀ ਪ੍ਰਕਾਰ ਦਾ। ਅੱਗੇ ਖੇਡ ਐਡੀ ਤਕੜੀ ਚੱਲਣ ਲੱਗੀ ਆ, ਐਡਾ ਤਕੜਾ ਕਹਿਰ ਘੋਰ ਕਲਯੁਗ ਵਰਤੇਗਾ ਵੀ ਤਕੜਿਆਂ ਦੇ ਹੱਥ ਜੁੜ ਜਾਣੇ ਆ। ਤੇ ਆਪਾਂ ਕਹਿੰਦੇ ਵੀ ਅਕਾਲ ਪੁਰਖ ਕਿਰਪਾ ਹੀ ਕਰੇ ਵੀ ਜੇ ਕਿਤੇ ਪਹਿਲਾਂ ਹੀ ਬੰਨੇ ਕੰਢੇ ਲੱਗ ਜਾਈਏ ਤਾਂ ਭਲਾ ਆ। ਠੀਕ ਆ। ਅੱਗੇ ਇਤਨਾ ਭਿਆਨਕ ਸਮਾਂ ਆ ਰਿਹਾ ਹੁਣ 19-20 ਸਾਲ ਦਾ। ਇਸੇ ਕਰਕੇ ਇਹ ਸਾਰੇ ਹੀ ਬ੍ਰਹਮ ਗਿਆਨੀ, ਸਾਰੇ ਹੀ ਗਿਆਨੀ ਸੰਤ ਕਹੀ ਜਾਂਦੇ ਵੀ ਚੁੱਪ ਕਰ ਜਾਓ, ਸਮਾਂ ਵਿਚਾਰੋ। ਇਹ ਸਮੇਂ ਵਿਚਾਰਨ ਦੇ ਨਾਲ ਕੱਖ ਨਹੀਂ ਹੋਣਾ। ਸਮਾਂ ਰਹਿੰਦਿਆਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਸੱਚ ਦਾ ਝੰਡਾ ਨਹੀਂ ਚੱਕਿਆ। ਹੁਣ ਜਿੰਨਾ ਮਰਜ਼ੀ ਸਮਾਂ ਵਿਚਾਰੀ ਜਾਓ, ਤੁਸੀਂ ਸਮੇਂ ਨੂੰ ਵਿਚਾਰੋ, ਪਰ ਸਮੇਂ ਨੇ ਤੁਹਾਨੂੰ ਨਹੀਂ ਵਿਚਾਰਨਾ। ਹੁਣ ਸਮੇਂ ਵਾਲਾ ਜਿਹੜਾ ਤੀਰ ਨਿਕਲ ਚੁੱਕਿਆ ਆ ਮਹਾਂਕਾਲ ਦੀ ਕਮਾਨ ਦੇ ਵਿੱਚੋਂ, ਇਹ ਕੱਲੇ ਦਾ ਸੀਨਾ ਪਾੜ ਕੇ ਜਾਵੇਗਾ, ਕੱਲਾ ਫੂਕਿਆ ਜਾਵੇਗਾ। ਮਰਨਾ ਸਭ ਨੇ ਆ, ਇਹੀ ਸੱਚਾਈ ਆ। ਠੀਕ ਹੈ ਜੀ। ਤੇ ਬਸ ਉੱਦਾਂ ਆਪਾਂ ਭੋਗ ਪਾਤਾ ਸੀ ਇਹ ਸਾਰੀ ਖੇਡ ਦਾ। ਪਰਸੋਂ ਚੌਥ ਜਿਹੜੀ ਵੀਡੀਓ ਬਾਬੇ ਪ੍ਰੇਮ ਸਿੰਘ ਤੋਂ ਬਾਅਦ ਕੀਤੀ ਸੀ ਵੀ ਮੁੜ ਕੇ ਆਪਾਂ ਬੋਲਣਾ ਨਹੀਂ ਇਸ ਗੱਲ ਤੇ, ਪਰ ਇਹ ਗੱਲਬਾਤ ਫਿਰ ਬਾਬੇ ਦੇ ਵਿਚਾਰ ਕੀਤੀ। ਫੌਜ ਨੇ ਵੀ ਪੁੱਛਿਆ ਦੱਸਿਆ ਵੀ ਬਾਬੇ ਬਹਾਦਰ ਸਿੰਘ ਦੇ ਭਚੰਗੀ ਦੀ ਕੋਈ ਗੱਲਬਾਤ ਨਹੀਂ ਹੋਈ। ਉਹ ਗੱਲਬਾਤ ਹੁਣ ਹੋ ਗਈ ਆ। ਇਹ ਜਿਹੜਾ ਮਾਨ ਸਿੰਘ ਨੇ ਭਚੰਗੀ ਮੋਹਰੇ ਲਾਇਆ ਆ, ਅਮਨ ਸਿੰਘ ਜਿਹਨੂੰ ਫਰਲਾ ਦੇ ਦਿੱਤਾ ਆ, ਇਹ ਸਭ ਇੱਕੋ ਹੀ ਥਾਲੀ ਦੇ ਚੱਟੇ ਬੱਟੇ ਆ, ਇੱਕੋ ਰੱਸੇ ਨਾਲ ਬੰਨਣੇ ਵਾਲੇ ਆ। ਮਹਾਂਕਾਲ ਬੰਨੇਗਾ ਇਹਨਾਂ ਨੂੰ। ਠੀਕ ਹੈ ਜੀ। ਤੇ ਬਾਕੀ ਜੋ ਅੱਗੇ ਮਹਾਰਾਜ ਹੁਕਮ ਕਰਨਗੇ ਜਿੱਦਾਂ ਦੀ ਖੇਡ ਵਰਤੇਗੀ। ਆ ਵਿੱਚੇ ਬਾਬੇ ਰਾਮਗੜੀਏ ਦੀ ਵੀ ਗੱਲ ਆ ਗਈ ਆ। ਠੀਕ ਹੈ। ਇਹ ਸੰਗਤ ਨੂੰ ਕਹਿੰਦਾ, ਸਿੰਘਾਂ ਨੂੰ ਕਹਿੰਦਾ ਵੀ ਮੈਨੂੰ ਬਾਬਾ ਬਹਾਦਰ ਸਿੰਘ ਖੜਾ ਕਰਕੇ ਗਿਆ ਵੀ ਤੂੰ ਬੁੱਢੇ ਦਲ ਦਾ। ਬਾਬਾ ਬਹਾਦਰ ਸਿੰਘ ਤੈਨੂੰ ਇਹ ਕਦੇ ਵੀ ਨਹੀਂ ਕਹਿ ਸਕਦਾ ਵੀ ਤੂੰ ਮੇਰਿਆਂ ਕਾਤਲਾਂ ਸਾਜ਼ਿਸ਼ਕਰਤਾਂ ਦੇ ਨਾਲ ਜਾ ਕੇ ਉਹਨਾਂ ਤੋਂ ਚਿੱਠੀਆਂ ਲੈ ਕੇ ਆਪਦੇ ਦਲ ਪੰਥ ਤੋਰ, ਆਪ ਪਾਤਸ਼ਾਹ ਬਣ ਜਾ। ਬਾਬਾ ਸੱਚ ਇਹ ਹੋਣਾ ਚਾਹੀਦਾ ਸੀ ਵੀ ਤੂੰ ਖੰਡਾ ਖੜਕਾਉਂਦਾ ਇਹਨਾਂ ਦੇ ਖਿਲਾਫ, ਖੰਡਾ ਖੜਕਾਉਂਦਾ। ਜਦੋਂ ਤੁਸੀਂ ਸਾਰਿਆਂ ਨੇ ਹਥਿਆਰ ਸਿੱਟ ਦਿੱਤੇ ਨਾ, ਆਪਦੀਆਂ ਵਡਿਆਈਆਂ ਚੁਣ ਲਈਆਂ। ਠੀਕ ਆ। ਇਹ ਪਹਿਰੇ ਦੇ ਵਿੱਚ ਦੋ ਹੀ ਗੱਲਾਂ ਆ, ਜਾਂ ਵਡਿਆਈ ਚੁਣ ਲਓ ਜਾਂ ਮੌਤ ਚੁਣ ਲਓ। ਦੋ ਹੀ ਗੱਲਾਂ ਬਾਤਾਂ ਵਰਤਦੀਆਂ ਆ। ਜਦੋਂ ਸ਼ਹੀਦੀ ਹੋ ਵੀ ਜਾਂਦੀ ਆ ਨਾ ਮੈਦਾਨ ਦੇ ਵਿੱਚ, ਉਦੋਂ ਵੀ ਦੋ ਖੇਡਾਂ ਹੁੰਦੀਆਂ ਆ। ਇੱਕ ਸ਼ਹੀਦਾਂ ਦਾ ਸਥਾਨ ਮਿਲਦਾ, ਇੱਕ ਫਿਰ ਉਹਨੂੰ ਆਪਸ਼ਨ ਦਿੱਤੀ ਜਾਂਦੀ ਆ ਵੀ ਰਾਜ ਲੈ ਲਾ, ਅਪਸਰਾਵਾਂ ਲੈ ਲਾ, ਕੋਈ ਹੋਰ ਕਿਸੇ ਦੁਨੀਆ ਦਾ ਰਾਜ ਲੈ ਲਾ। ਜਿਹੜੇ ਪਰਮੇਸ਼ਵਰ ਦੇ ਪਿਆਰੇ ਸੱਚ ਤੇ ਮਰਨ ਵਾਲੇ ਆ, ਉਹ ਪਰਮੇਸ਼ਵਰ ਦੇ ਮਾਰਗ ਨੂੰ ਚੁਣਦੇ ਆ, ਹਮੇਸ਼ਾ ਸੱਚ ਨੂੰ, ਕਿਉਂਕਿ ਪਰਮੇਸ਼ਵਰ ਹਮੇਸ਼ਾ ਸੱਚਾ ਸਦਾ ਸੱਚਾ ਆ। ਬਾਕੀ ਇਹ ਸਾਰਾ ਕੁਝ ਹੁਕਮ ਦੇ ਅਧੀਨ ਆ। ਠੀਕ ਹੈ ਜੀ। ਤਿਸਕਾ ਕੀਆ ਬੁਰਾ ਕਿਉਂ ਹੋਏ। ਜਿੱਦਣ ਬਾਬੇ ਬਹਾਦਰ ਸਿੰਘ ਸਾਹਿਬ ਜੀ ਨੇ ਵੀ ਸ਼ਹੀਦੀ ਪਾਈ ਸੀ, ਫੌਜਾਂ ਨੇ, ਚਲੋ ਪ੍ਰੇਮ ਸੀ, ਹੰਝੂ ਵੀ ਸਾਰੀ ਫੌਜ ਨੇ ਬਹਾਏ, ਬਹੁਤ ਦਿਲ ਰੋਏ, ਟੁੱਟੇ, ਸਾਰਾ ਕੁਝ ਹੋਇਆ, ਪਰ ਖੁਸ਼ੀਆਂ ਦੇ ਜਕਾਰੇ ਵੀ ਗਜਾਏ ਸੀ ਉਸ ਸ਼ਹੀਦ ਦੇ ਸ਼ਹੀਦੀ ਦੇ ਉੱਤੇ। ਵੀ ਜਿਹੜਾ ਇੱਕ ਬਚਨ ਬਾਬਿਆਂ ਨੇ ਕੀਤਾ ਉਹ ਸਿਰੇ ਚਾੜਿਆ। ਬਾਬਿਆਂ ਨੇ ਕਿਹਾ ਸੀ ਭੱਜਣਾ ਨਹੀਂ, ਜੋ ਮਰਜ਼ੀ ਹੋ ਜਾਵੇ ਭੱਜੇ ਨਹੀਂ। ਠੀਕ ਹੈ। ਜਿਹੜੀ ਖੇਡ ਦੇ ਮਾਲਕ ਸੀ ਉੱਥੇ ਹੀ ਖੇਡ ਸਾਰੀ ਤਿਆਗੀ ਆ। ਉਦੋਂ ਬਾਅਦ ਦੂਜਾ ਬਚਨ ਸੀ ਵੀ ਇਹ ਪਾਪੀ ਜਿਹੜੇ ਮਲੇਸ਼ ਲੋਕ ਆ, ਇਹਨਾਂ ਨੂੰ ਸੰਗਤ 'ਚ ਨੰਗਿਆਂ ਕਰਨਾ, ਇਹਨਾਂ ਨੂੰ ਸੰਗਲ ਲਵਾਉਣਾ। ਇਹਨਾਂ ਨੂੰ ਸੰਗਲ ਲਵਾ ਗਿਆ ਬਾਬਾ। ਠੀਕ ਆ। ਇਹ ਮਾਇਆ ਦੇ ਪੁਜਾਰੀ ਆ। ਇਹ ਬਹੁਤ ਆਪਣੇ ਬਣਾ ਕੇ ਰੱਖਦੇ ਆ, ਮੂੰਹ ਬਣਾ ਕੇ ਰੱਖਦੇ ਆ ਵੀ ਸੰਗਤ ਸਾਨੂੰ ਮਾੜਾ ਨਾ ਕਹੇ, ਜਾਂ ਆਹ ਨਾ ਕਹੇ, ਉਹ ਨਾ ਕਹੇ। ਇਹ ਸਭ ਦੀ ਭੈਣ ਗੜੇਗਾ, ਮਹਾਂਕਾਲ ਐਸੀ ਕਿਰਪਾ ਕਰੇਗਾ। ਸਭ ਦਾ ਮੋਰਚਾ ਹੁਣ ਲੱਗਣਾ ਆ। ਠੀਕ ਆ। ਸਭ ਇਹ ਜਿਹੜੇ ਭੌਂਕਦੇ ਫਿਰਦੇ ਸਭ ਖਤਮ ਕਰ ਦੇਣੇ ਮਹਾਂਕਾਲ ਨੇ। ਉਦੋਂ ਬਾਅਦ ਅਕਾਲ ਪੁਰਖ ਜਿਸ ਤੇ ਕਿਰਪਾ ਕਰੇਗਾ, ਧੁਰ ਦਰਗਾਹੋਂ ਸਾਜ ਕੇ ਭੇਜੇਗਾ। ਔਰ ਵੀ ਉੱਠ ਸੀ ਮਰਦ ਕਾ ਚੇਲਾ, ਉਹ ਇੱਕ ਪੂਰੇ ਪ੍ਰਤੱਖ ਖੇਡ ਦਾ ਮਾਲਕ,
ਠੀਕ ਹੈ ਜੀ, ਉਹ ਅਕਾਲ ਪੁਰਖ ਦਾ ਚੇਲਾ ਉੱਠੇਗਾ ਜਿਹੜਾ ਸੱਚ ਦਾ ਹੀ ਝੰਡਾ ਬਰਦਾਰੀ ਕਰੇਗਾ। ਪਰ ਸੱਚ ਇਹ ਆ ਕਿ ਉਦੋਂ ਤੱਕ ਬਚਣਾ ਕਿਸੇ ਨੇ ਵੀ ਨਹੀਂ ਹੈਗਾ। ਜਿੰਨੇ ਇਹ ਤੁਰੇ ਫਿਰਦੇ ਆ ਜਾਂ ਤੁਰੇ ਫਿਰਨਗੇ ਸਭ ਦੇ ਨੰਬਰ ਲੱਗਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਗਦਾ ਹੈ ਕਿ ਹੁਣ ਹੋਰ ਕੋਈ ਬਚਨ ਹੈ ਨਹੀਂ ਕਰਨੇ ਵਾਲਾ, ਇਸ ਕਰਕੇ ਚੜ੍ਹਦੀ ਕਲਾ। ਇਦੋਂ ਬਾਅਦ ਆਪਾਂ ਮਿਲਾਂਗੇ ਜਾਂ ਬਾਣੀ ਪੜ੍ਹਨ ਨੂੰ ਜਾਂ ਕੋਈ ਹੋਰ ਚੱਜ ਦੀ ਗੱਲ ਕਰਨ ਵਾਸਤੇ। ਜਿਹੜਾ ਆ ਸੀ ਮੋਰਚਾ, ਇਹ ਸਾਰਾ ਗੱਲਬਾਤ ਆਪਾਂ ਫਤਿਹ ਕਰ ਦਿੱਤੀ ਆ। ਇਹ ਹੋਇਆ ਸਾਰਾ ਕੁਝ ਸ਼ਹੀਦਾਂ ਦੀ ਕਿਰਪਾ ਦੇ ਨਾਲ। ਇਹ ਪਤਾ ਪਹਿਲੇ ਦਿਨ ਤੋਂ ਹੀ ਸੀ ਆਪਾਂ ਨੂੰ, ਸਾਰਾ ਕੁਝ ਬਾਬਿਆਂ ਨੇ ਕੋਲ ਬਿਠਾਲ ਕੇ ਦੱਸਿਆ ਹੋਇਆ ਸੀ। ਇਹ ਹੁਣ ਮਹਾਂਕਾਲ ਦੀ ਕੋਈ ਐਸੀ ਕਿਰਪਾ ਵਰਤ ਗਈ ਆ ਵੀ ਬੁੱਧੀ ਘੁੰਮ ਗਿਆ, ਬੁੱਧੀ ਦਾ ਡੈਲ, ਤੇ ਇਹ ਗੱਲਾਂ ਬਾਤਾਂ ਸਾਰੀਆਂ ਬਾਹਰ ਆ ਗਈਆਂ ਆ। ਤੇ ਅੱਗੇ ਆਪਾਂ ਦੇਖਾਂਗੇ ਵੀ ਕੀ ਖੇਡ ਵਰਤਦੀ ਆ, ਕਿੱਦਾਂ ਦੀ ਕੀ ਗੱਲਬਾਤ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।